तो साहिब गुणी निधाना, तुमरी महिमा वर्ण ना सको। तो ठाकुर ऊच भगवाना, तू सुल्तान कहा मोमिया। तेरी कवन वडाई, जो तो देह सो कहा स्वामी। मैं मूर्ख कहन ना जाई, अगम अगोचर। सच साहिब मेरा, नानक बोले बुलाया तेरा। समाध सुनाहो ज्ञान है, आसन चढ़िया। तन तनक कर दहियो, भगत सिल है सर लड़िया। पैर समाध सुनाहो। वाहिगुरु जी का खालसा, वाहिगुरु जी की फतेह। परम सत्कार ते सन्मानियो चबर छतर तखत दे मालिक, जुगो जुग अटल। सर्व साझी वालता दे पैगंबर, दीन दुनी दे राखे, मनुखता दे सांझे रहबर। गुरदा गद्दी ते सुभाईमान, सर्व सुखां के दाते स्वामी धन 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 साहिब श्री गुरु ग्रंथ साहिब जी महाराज। साहिबां दी अपार किरपा बख्शिश रहमत दा सदका आप सरबत माई भाई सिख संगतां दूरों नेड़ियों चल के गुरुद्वारा सिंह शहीदां विखे अमृत वेले दे दीवाना दी हाज़री भर के अपना जीवन सफल कर रहे हो। रब्बी गुरबाणी दे नितनेम पढ़न सुनन दा सुभाग समा प्राप्त होया। इलाही गुरबाणी दे आसा जी की वार दे संपूर्ण कीर्तन हजूरी रागे रागी जथे मुबारक रसना तो आप जी ने सरवण किया है। उपरांत चल रही श्री गुरु ग्रंथ साहिब महाराज जी की लड़ीवार कथा गुर शब्द विचार नाल जुड़न दा भी सुभागा समा आपां सारिआं नूं प्राप्त होया। आओ इस मिले हुए समय नूं गुरबाणी गुरमत ब्रह्म विचार नाल जुड़ के सतगुरु पातशाह तो जीवन सेध लईए। अज की सानूं उपदेश बख्श रहे हैं, की किरपा की बख्शिश दे बोल साडी झोली विच पा रहे हैं। क्योंकि अज दे इस पावन पवित्र सोईए अंदर जिहड़ा इह सोईया भट्ट सल जी दा है, इहदे विच धन धन साहिब श्री गुरु अमरदास पातशाह जी दी उन्होंने एक विलक्षण तस्वीर पेश की है। सतगुरु पातशाह ने एक ऐसे राजे दसिया है कि जिन्हां कोले शस्त्र ते फौजां भी बड़े कमाल दियां ने, उन्हां दे दुश्मन भी बड़े अजीब किस्म दे है। धन श्री गुरु अंगद देव पातशाह तो रब्बी रहमत लैके धन गुरु नानक देव पातशाह के वरदान नाल उन्हां कोल इस सिमरन की शक्ति नाल ऐसी दैवी गुणां की ताकत आई, ऐसे परमात्मा ने दैवी शस्त्र धन गुरु अमरदास पातशाह नूं बख्शिश कीते कि वो इस जिंदगी के मैदाने जंग विच
ਸੰਸਾਰ ਦੇ ਮੈਦਾਨੇ ਜੰਗ ਵਿੱਚ ਪੰਜਾਂ ਵਿਕਾਰਾਂ ਨਾਲ ਤਗੜੀ ਘਮਾਸਾਨ ਦੀ ਜੰਗ ਹੋਈ, ਵਿਕਾਰਾਂ ਨਾਲ ਜੰਗ ਹੋਈ। ਪਰ ਅਕਾਲ ਪੁਰਖ ਦੀ ਕਿਰਪਾ, ਗੁਰੂ ਨਾਨਕ ਸਾਹਿਬ ਦੀ ਰਹਿਮਤ, ਗੁਰੂ ਅੰਗਦ ਸਾਹਿਬ ਦੀ ਕਿਰਪਾ ਨਾਲ ਧੰਨ ਗੁਰੂ ਅਮਰਦਾਸ ਪਾਤਸ਼ਾਹ ਇਹ ਸਾਰਿਆਂ ਤੋਂ ਫਤਿਹਯਾਬ ਹੋ ਕੇ ਨਿਕਲੇ। ਔਰ ਅਸੀਂ ਕਿਵੇਂ ਫਤਿਹ ਕਰਨੀ ਹੈ, ਅਸੀਂ ਕਿਵੇਂ ਪੰਜ ਵਿਕਾਰਾਂ ਤੇ ਕਾਬੂ ਪਾਉਣਾ ਹੈ, ਕਿਵੇਂ ਬਚਣਾ ਹੈ, ਉਹਦੇ ਲਈ ਵੀ ਸਾਡੇ ਲਈ ਪੂਰਨੇ ਪਾ ਕੇ ਗਏ ਨੇ। ਤਾਂ ਇਸ ਲਈ ਆਪਾਂ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਜਿੱਥੇ ਕਰਨੀ ਹੈ, ਉੱਥੇ ਨਾਲ ਇਹ ਭਾਵਨਾ ਵੀ ਬਣਾ ਕੇ ਰੱਖਣੀ ਹੈ ਕਿ ਸਤਿਗੁਰੂ ਜੋ ਉਪਦੇਸ਼ ਤੁਸੀਂ ਬਖਸ਼ ਰਹੇ ਹੋ ਇਹ ਸਾਡੇ ਲਈ ਹੈ। ਇਹ ਉਪਦੇਸ਼ ਹਰ ਇੱਕ ਪ੍ਰਾਣੀ ਮਾਤਰ ਵਾਸਤੇ ਹੈ। ਸਾਨੂੰ ਇਸ ਜ਼ਿੰਦਗੀ ਦੀ ਬਾਜੀ ਜਿੱਤਣ ਦਾ ਤਰੀਕਾ ਸਤਿਗੁਰੂ ਪਾਤਸ਼ਾਹ ਸਿਖਾ ਰਹੇ ਹਨ ਤੇ ਆਪਾਂ ਭਾਵਨਾ ਦੇ ਨਾਲ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਨਾਲ ਜੁੜਨਾ ਹੈ, ਕਿਉਂਕਿ ਮਨੁੱਖ ਪਰਮਾਤਮਾ ਦੀ ਪ੍ਰਾਪਤੀ ਲਈ ਪ੍ਰਭੂ ਮਿਲਣ ਦੀ ਲੋਚਾ ਲੈ ਕੇ ਇਸ ਮਾਤ ਲੋਕ ਤੇ ਇਸ ਸੰਸਾਰ ਤੇ ਆਇਆ, ਇਸ ਧਰਤੀ ਤਖਤੇ ਤੇ ਆਇਆ। ਪਰ ਪਾਤਸ਼ਾਹ ਕਹਿੰਦੇ ਆਉਂਦਿਆਂ ਹੀ ਇਹਨੂੰ ਇੱਕ ਤ੍ਰਿਸ਼ਨਾ ਦਾ ਭਿਆਨਕ ਰੋਗ ਲੱਗ ਗਿਆ। ਪਰਮਾਤਮਾ ਨਾਲੋਂ ਲਿਵ ਟੁੱਟ ਗਈ, ਲਿਵ ਛੁੜ ਗਈ, ਲੱਗੀ ਤ੍ਰਿਸ਼ਨਾ। ਤ੍ਰਿਸ਼ਨਾ ਦਾ ਰੋਗ ਲਾਇਆ ਨਹੀਂ, ਉਹ ਆਪਣੇ ਆਪ ਲੱਗ ਗਿਆ। ਫਿਰ ਇਹ ਤ੍ਰਿਸ਼ਨਾ ਦਾ ਰੋਗ, ਹਰ ਇੱਕ ਰੋਗ ਦੀ ਦਵਾਈ ਵੀ, ਜੇ ਕੋਈ ਰੋਗ ਪੈਦਾ ਹੁੰਦਾ ਤਾਂ ਉਹਦੀ ਦਵਾਈ, ਉਹਦਾ ਹੱਲ ਵੀ ਨਿਕਲਦਾ। ਭਾਵੇਂ ਉਹ ਸਰੀਰ ਦਾ ਰੋਗ ਹੋਵੇ, ਮਨ ਦਾ ਰੋਗ ਹੋਵੇ, ਆਤਮਿਕ ਰੋਗ ਹੋਵੇ, ਇਹ ਗੱਲ ਦੇਖਣ ਵਾਲੀ ਹੁੰਦੀ ਹੈ ਜਿਹਦੇ ਕੋਲ ਦਵਾਈ ਲੈਣ ਵਾਸਤੇ ਗਏ ਆ ਉਹਦੇ 'ਚ ਕਮੀ ਨਾ ਹੋਵੇ, ਉਹ ਸਮਰੱਥ ਹੋਵੇ, ਉਹ ਪੂਰਾ ਹੋਵੇ। ਜੇ ਉਹੀ ਅਧੂਰਾ ਹੋਇਆ ਫਿਰ ਸਾਡਾ ਇਲਾਜ ਨਹੀਂ ਹੋ ਸਕਦਾ। ਇਹ ਜਿਹੜਾ ਤ੍ਰਿਸ਼ਨਾ ਦਾ ਰੋਗ ਹੈ ਸਾਡੇ ਮਨ ਨੂੰ ਲੱਗਿਆ, ਤਨ ਨੂੰ ਨਹੀਂ। ਪਰ ਤਨ ਜਿਹੜਾ ਉਹ ਮਨ ਦੇ ਕਹਿਣੇ ਵਿੱਚ ਹੈ। ਇਹ ਤ੍ਰਿਸ਼ਨਾ ਦੇ ਰੋਗ ਨੇ ਇੰਨਾ ਭਟਕਾਇਆ ਤੇ ਨਾਲ ਇਹਦੇ ਪੰਜ ਵਿਕਾਰ ਲੱਗ ਗਏ। ਫਿਰ ਇਹਦਾ ਪਰਿਵਾਰ ਵੱਡਾ ਹੁੰਦਾ ਗਿਆ ਤੇ ਇਸ ਮਨੁੱਖਾ ਜਾਮੇ ਨੂੰ ਆਪਣੇ ਪਿੱਛੇ ਲਾ ਕੇ ਸਾਰੀ ਜ਼ਿੰਦਗੀ ਖੁਆਰ ਕਰ ਦਿੱਤਾ। ਤਾਂ ਹੀ ਮਹਾਰਾਜ ਸਾਹਿਬ ਕਹਿੰਦੇ ਆ, ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਇਹਨਾਂ ਪੰਜਾਂ ਨੇ ਮੇਰਾ ਮਨ ਇੰਨਾ ਵਿਗਾੜ ਦਿੱਤਾ, ਪਲ ਪਲ ਤੇ ਹਰ ਦਮ ਮੇਰੀ ਪਰਮਾਤਮਾ ਨਾਲੋਂ ਜਿਹੜੀ ਆ ਉਹ ਵਿੱਥ ਪਵਾ ਰਹੇ ਹਨ, ਪਾੜ ਪਵਾ ਰਹੇ ਹਨ, ਮੈਨੂੰ ਦੂਰ ਕਰ ਰਹੇ ਨੇ। ਕੋਸ਼ਿਸ਼ ਕਰ ਰਿਹਾ ਸੀ ਕਿ ਪਰਮਾਤਮਾ ਦੇ ਨੇੜੇ ਹੋਵਾਂ, ਤੇ ਅੱਜ ਜਿੰਨੇ ਇਨਸਾਨ ਕੋਲੋਂ ਪਾਪ ਹੋ ਰਹੇ ਆ ਨਾ, ਅਪਰਾਧ ਹੋ ਰਹੇ ਆ, ਪਾਪ ਮਨ ਦੇ ਹੁੰਦੇ ਆ, ਅਪਰਾਧ ਤਨ ਦੇ ਹੁੰਦੇ ਆ। ਪਰ ਤਨ ਵੀ ਅਪਰਾਧ ਉਦੋਂ ਕਰਦਾ ਜਦੋਂ ਮਨ ਪਾਪ ਆਪਣੇ ਮਨ ਵਿੱਚ ਚਿਤਵ ਲੈਂਦਾ ਹੈ, ਇੱਕ ਤਸਵੀਰ ਬਣਾ ਲੈਂਦਾ ਵੀ ਮੈਂ ਆਹ ਕੰਮ ਕਰਨਾ ਹੈ, ਉਹ ਚਾਹੇ ਮਾੜਾ ਹੋਵੇ। ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਇਹਨਾਂ ਪੰਜਾਂ ਦੇ ਵਸ ਹੋ ਕੇ ਪਾਪ ਵੀ ਵੱਡੇ ਵੱਡੇ ਕੀਤੇ। ਪਾਪ ਕਰੈ ਪੰਚਾ ਕੇ ਬਸ ਰੇ, ਤੀਰਥ ਨਹਾਏ ਕਰੈ ਸਭ ਉਤਰੇ। ਪਾਤਸ਼ਾਹ ਕਹਿੰਦੇ ਇਹ ਪੰਜਾਂ ਦੇ ਵਸ ਹੋ ਕੇ ਵੱਡੇ ਵੱਡੇ ਪਾਪ ਕੀਤੇ ਤੇ ਇਨਸਾਨ ਨੇ ਇੱਕ ਆਪਣੇ ਆਪ ਹੀ ਮਨ ਵਿੱਚ ਵਹਿਮ ਪਾੜ ਲਿਆ ਕਿ ਸਾਲ ਭਰ ਪਾਪ ਕਰੋ, ਇੱਕ ਸਾਲ ਬਾਅਦ ਜਾ ਕੇ ਇਸ਼ਨਾਨ, ਕਿਸੇ ਵੀ ਤੀਰਥ ਯਾਤਰਾ ਜਾਓ, ਤੀਰਥ ਇਸ਼ਨਾਨ ਕਰੋ ਤੇ ਸਾਰੇ ਪਾਪ ਖਤਮ। ਆਹ ਸ਼ਬਦ ਦੀਆਂ ਤੁਕਾਂ ਬੜੀਆਂ ਯਾਦ ਕੀਤੀਆਂ ਹੋਈਆਂ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਰਾਮਦਾਸ ਦਾ ਕੋਈ ਸਰੋਵਰ ਹੀ ਨਹੀਂ, ਰਾਮਸਰ ਸਰੋਵਰ ਹੈ। 5 ਸਰੋਵਰ ਨੇ ਅੰਮ੍ਰਿਤਸਰ ਸਾਹਿਬ, 5 ਵਿੱਚੋਂ ਕਿਸੇ ਵੀ ਸਰੋਵਰ ਦਾ ਨਾਮ ਰਾਮਦਾਸ ਨਹੀਂ। ਤੇ ਇਹ ਕਿਹੜੇ ਸਰੋਵਰ ਦੀ ਗੱਲ ਹੈ? ਜਿਹੜੇ ਰਾਮ ਦੇ ਦਾਸ ਪ੍ਰਮਾਤਮਾ ਦੇ ਨਾਮ ਰੂਪੀ ਸਰੋਵਰ ਵਿੱਚ ਮਨ ਦਾ ਇਸ਼ਨਾਨ ਕਰਾਉਂਦੇ ਆ। ਜਿਹੜੇ ਰਾਮ ਦੇ ਦਾਸ, ਰਾਮ ਪ੍ਰਮਾਤਮਾ ਰਮਿਆ ਹੋਇਆ, ਉਸ ਰਮੇ ਹੋਏ ਪ੍ਰਮਾਤਮਾ ਦੇ ਦਾਸ
ਬਾਣੀ ਦੇ ਸਮੁੰਦਰ ਦੇ ਵਿੱਚ ਜਦੋਂ ਆਪਣੀ ਮਨ ਦਾ ਆਤਮਾ ਦਾ ਇਸ਼ਨਾਨ ਕਰਾਉਂਦੇ ਆ, ਸਭ ਉਤਰੇ ਪਾਪ ਕਮਾਤੇ, ਕਿਉਂਕਿ ਭਰੀਆ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵਗੈਰਾ। ਬਾਣੀ ਦੇ ਨਾਮ ਦੇ ਸਰੋਵਰ ਵਿੱਚ ਡੁੱਬੀ ਲਾਇਆ ਮਨ ਜਿਹੜਾ ਉਹ ਨਿਰਮਲ ਹੁੰਦਾ ਹੈ। ਪਾਣੀ ਦੇ ਸਰੋਵਰਾਂ ਵਿੱਚ ਡੁੱਬੀ ਲਾਇਆ ਤਨ ਸਾਫ਼ ਹੋ ਸਕਦਾ, ਮਨ ਨਹੀਂ। ਪਾਤਸ਼ਾਹ ਨੇ ਬਾਹਰ ਸਰੋਵਰ ਬਣਾਇਆ ਵੀ ਤਨ ਸਾਫ਼ ਕਰਕੇ ਥਕੇਵਾ ਲਾ ਕੇ ਮੇਰੇ ਕੋਲ ਆ, ਦਰਬਾਰ ਸਾਹਿਬ 'ਚ ਬੈਠ। ਬਾਹਰ ਪਾਣੀ ਦਾ ਸਰੋਵਰ ਹੈ, ਅੰਦਰ ਬਾਣੀ ਦਾ ਸਰੋਵਰ ਹੈ। ਪਾਣੀ ਦੇ ਸਰੋਵਰ 'ਚ ਤਨ ਸਾਫ਼ ਕਰ ਲੈ, ਪਾਣੀ ਦੇ ਸਰੋਵਰ ਨਾਲ ਮਨ ਸਾਫ਼ ਕਰ ਲੈ। ਬੜਾ ਸਿੱਧਾ ਫਾਰਮੂਲਾ ਸੀ, ਪਰ ਇਨਸਾਨ ਨੂੰ ਇਹ ਅੰਦਰਲਾ ਇਸ਼ਨਾਨ ਜਿਹੜਾ ਔਖਾ ਲੱਗਿਆ। ਕੌਣ ਅੰਮ੍ਰਿਤ ਵੇਲੇ ਜਾ ਕੇ ਕੌਣ ਸਿਮਰਨ ਕਰੇ, ਕੌਣ ਮੈਡੀਟੇਸ਼ਨ ਕਰੇ, ਕੌਣ ਸੇਵਾ ਕਰੇ, ਕੌਣ ਬਾਣੀ ਪੜ੍ਹੇ। ਇੰਨਾ ਔਖਾ, ਇੰਨਾ ਲੰਬਾ ਕੰਮ ਪਾਤਸ਼ਾਹ ਮੈਂ ਨਹੀਂ ਕਰਦਾ, ਮੈਂ ਬਸ ਇਸ਼ਨਾਨ ਕਰ ਸਕਦਾ, ਤੁਸੀਂ ਇਸ਼ਨਾਨ ਨਾਲ ਹੀ ਮੇਰਾ ਕੰਮ ਚਲਾ ਦਿਓ। ਆਪਣੇ ਮਨ ਵਿੱਚ ਇਹਨੂੰ ਧਰਮ ਸਮਝ ਕੇ ਸਾਰੀ ਜ਼ਿੰਦਗੀ ਕਮਾਉਂਦਾ ਰਿਹਾ। ਅੱਜ ਬਹੁਤਾਤ ਗਿਣਤੀ ਲੋਕ ਧਰਮ ਨੂੰ ਧਰਮ ਸਮਝ ਰਹੇ ਆ, ਤਾਂ ਹੀ ਕੁਝ ਬਣ ਨਹੀਂ ਰਿਹਾ। ਅੱਜ ਧਰਮ ਕਮਾਉਂਦਿਆਂ ਹੋਇਆਂ ਵੀ ਭਟਕਣਾ ਖਤਮ ਨਹੀਂ ਹੋ ਰਹੀ, ਧਰਮ ਕਮਾਉਂਦਿਆਂ ਹੋਇਆਂ ਵੀ ਮਨ ਸ਼ਾਂਤੀ ਵਿੱਚ ਨਹੀਂ, ਧਰਮ ਕਮਾਉਂਦਿਆਂ ਹੋਇਆਂ ਵੀ ਮਨ ਨੂੰ ਟਿਕਾ ਕੋਈ ਨਹੀਂ। ਫਿਰ ਵੀ ਕ੍ਰੋਧ, ਈਰਖਾ, ਸਾੜਾ ਉਹ ਅੰਦਰ ਚੱਲ ਰਿਹਾ, ਕਿਉਂਕਿ ਧਰਮ ਤਾਂ ਹੈ ਹੀ ਨਹੀਂ, ਭਰਮ ਹੈ। ਪਰ ਗੁਰਮਤਿ ਬੜੀ ਪਿਆਰੀ ਬੁੱਕਲ ਖੋਲਦੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਕੋਲ ਆ ਕੇ ਬੈਠ, ਮੈਂ ਤੈਨੂੰ ਦੱਸਾਂਗਾ ਧਰਮ ਕਿਵੇਂ ਕਮਾਇਆ ਜਾਂਦਾ ਹੈ, ਧਰਮ ਦੀਆਂ ਕੀ ਨਿਸ਼ਾਨੀਆਂ ਨੇ। ਵੈਸੇ ਸਾਰ ਕਿਤਾਬਲੀ ਵਾਲਿਆਂ ਨੇ ਵੀ ਕਿਹਾ ਖਿਮਾ, ਅਹਿੰਸਾ, ਦਇਆ, ਮਿਦਰ, ਸਤ ਬਚਨ, ਤਪ, ਦਾਨ, ਸੀਲ, ਸੋਚ, ਤ੍ਰਿਸ਼ਨਾ, ਬਿਨਾ ਧਰਮ ਅੰਗ 10 ਜਾਨ। ਆ ਧਰਮ ਦੇ 10 ਅੰਗ ਨੇ। ਖਿਮਾ ਕਰਨੀ, ਹਿੰਸਾ ਤੋਂ ਬਚਣਾ, ਅਹਿੰਸਕ ਹੋ ਕੇ ਰਹਿਣਾ, ਦਇਆ ਦਾ ਗੁਣ ਹੋਣਾ ਚਾਹੀਦਾ ਹੈ, ਸਤ ਬਚਨ, ਤਪ, ਦਾਨ, ਸਤ ਬਚਨ ਆਗਿਆਕਾਰੀ, ਤਪ ਪਰਮਾਤਮਾ ਦੀ ਤਪੱਸਿਆ, ਉਹਦਾ ਸਿਮਰਨ, ਮੈਡੀਟੇਸ਼ਨ, ਧਿਆਨ, ਕੁਛ ਨਾ ਕੁਛ ਸਮਾਂ ਇਹ ਵੀ ਹੋਵੇ, ਤੇ ਦਾਨ ਹੱਥੋਂ ਦੇ ਕੇ ਭਲਾ ਮਨਾਵੇ। ਜਿੰਨਾ ਕੁ ਵਿੱਤ ਪਰਮਾਤਮਾ ਨੇ ਜਿੰਨੀ ਕੁ ਸਮਰੱਥਾ ਦਿੱਤੀ ਹੈ ਉਹਨੂੰ ਵੰਡ ਕੇ ਲੋੜਵੰਦ ਨੂੰ ਜਿਹੜਾ ਉਹ ਦੇ ਕੇ ਆਪਣੇ ਵਿੱਚੋਂ ਧਰਮ ਦਾ ਪ੍ਰਗਟਾਵਾ ਕਰੇ। ਕਿਸੇ ਨੂੰ ਕਿਸੇ ਦਾ ਹੱਕ ਖੋ ਕੇ ਨਹੀਂ, ਕਿਸੇ ਨੂੰ ਦੇ ਕੇ ਦਾਨ ਦੇਣਾ ਹੁੰਦਾ। ਸੀਲ, ਸੋਚ, ਤ੍ਰਿਸ਼ਨਾ, ਬਿਨਾ। ਸੀਲ ਜਿਹੜਾ ਧਰਮ ਦਾ ਇਹ ਗੁਣ ਹੈ ਵੀ ਮਨ ਬੜਾ ਸੀਲ ਸੁਭਾਅ, ਬੜਾ ਸੀਤਲ ਸੁਭਾਅ, ਬੜਾ ਸ਼ਾਂਤੀ ਵਾਲਾ, ਬੜਾ ਠਰਮੇ ਵਾਲਾ, ਹਲੀਮੀ ਵਾਲਾ ਹੋਵੇ। ਸੋਚ ਬੜੀ ਪਰਬਲ ਪਰ ਉਪਕਾਰੀ ਸੁਭਾਅ, ਚੰਗੇ ਰੱਬੀ ਦੇਵੀ ਗੁਣਾਂ ਨਾਲ ਨਿਪੁੰਨਤਾ ਵਾਲੀ ਸੋਚ ਹੋਵੇ। ਸਰਬੱਤ ਦਾ ਭਲਾ ਮੰਗਣ ਵਾਲੀ ਸੋਚ ਹੋਵੇ, ਕਿਸੇ ਦਾ ਕੁਝ ਸਵਾਰਨ ਵਾਲੀ ਸੋਚ ਹੋਵੇ, ਕਿਸੇ ਦੇ ਲਈ ਆਪਣਾ ਆਪ ਕੁਰਬਾਨ ਵਾਰਨ ਵਾਲੀ ਸੋਚ ਹੋਵੇ। ਤ੍ਰਿਸ਼ਨਾ ਬਿਨਾ, ਧਰਮ ਅੰਗ 10 ਜਾਨ। ਇਹ ਧਰਮ ਦੇ 10 ਅੰਗ ਹਨ ਜਿਨ੍ਹਾਂ ਵਿੱਚ ਇਹ ਦੇਵੀ ਗੁਣ ਨੇ ਕਿ ਕਿਸ ਤਰੀਕੇ ਨਾਲ ਇਨਸਾਨ ਨੇ ਜਿਉਣਾ ਹੈ। ਤੇ ਮਹਾਰਾਜ ਸਾਹਿਬ ਕਹਿੰਦੇ ਤ੍ਰਿਸ਼ਨਾ ਤੋਂ ਬਿਨਾ, ਤ੍ਰਿਸ਼ਨਾ ਦੀ ਗੱਲ ਸ਼ੁਰੂ ਹੋਈ। ਤ੍ਰਿਸ਼ਨਾ ਦੇ ਰੋਗ ਨੇ ਇਨਸਾਨ ਨੂੰ ਭਟਕਾ ਦਿੱਤਾ। ਸਾਰੀ ਜ਼ਿੰਦਗੀ ਇਹ ਜਿਹੜੇ 5 ਵਿਕਾਰ, ਬਾਣੀ ਪੜ੍ਹ ਕੇ, ਸਿਮਰਨ ਕਰਕੇ, ਸੇਵਾ ਕਰਕੇ ਵਿਕਾਰਾਂ ਨੂੰ ਤੋਂ ਫਤਿਹ ਯਾਬ ਹੋਣਾ ਸੀ, ਕਾਬੂ ਕਰਨੇ ਸਨ, ਇਹਨਾਂ ਦੀ ਪਾਵਰ ਘਟਾਉਣੀ ਸੀ। ਪਰ ਮਹਾਰਾਜ ਸਾਹਿਬ ਕਹਿੰਦੇ ਸਾਰੀ ਉਮਰ ਇਹਨਾਂ ਵਿਕਾਰਾਂ ਦੀ ਉਮਰ ਵਧਾਉਣ ਤੇ ਲਾ ਦਿੱਤੀ, ਇਹਨਾਂ ਨੂੰ ਬੜਾਵਾ ਹੀ ਦਿੰਦਾ ਰਿਹਾ। ਤੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਭਾਈ ਇਹ ਧਰਮੀ ਲੋਕਾਂ ਦੀ ਨਿਸ਼ਾਨੀ ਨਹੀਂ। ਧਰਮ ਦੇ ਗੁਣ ਜਿਨ੍ਹਾਂ ਕੋਲ ਹੋਣ, ਜਿਹੜੇ ਧਰਮੀ ਇਨਸਾਨ ਹੋਣ, ਕੱਲਾ ਇੱਕ ਭੇਖ, ਇੱਕ ਪਹਿਰਾਵਾ ਧਰਮ ਨਹੀਂ ਹੁੰਦਾ। ਧਰਮ ਦਾ ਆ ਵੀ ਗੁਣ ਹੈ, ਨਹਿ ਬਿਲੰਬ ਧਰਮੰ ਬਿਲੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ। ਜੇ ਕੋਈ ਚੰਗਾ ਕੰਮ ਕਰਨਾ ਉਦੋਂ ਬਿਨਾਂ ਕਿਸੇ ਦੇਰੀ ਤੋਂ ਕਰ ਦਿਓ। ਧਰਮ ਕਹਿੰਦਾ ਵੀ ਜੇ ਕੋਈ ਮਾੜਾ ਫੁਰਨਾ ਮਨ ਵਿੱਚ ਕਿਸੇ ਪ੍ਰਤੀ ਆ ਗਿਆ, ਕੋਈ ਪਾਪ ਨੇ ਕਿਸੇ ਅੰਦਰੋਂ ਕਿਸੇ ਪ੍ਰਕਾਰ ਦਾ ਜਨਮ ਲੈ ਲਿਆ ਕਿਸੇ ਪ੍ਰਤੀ, ਫਿਰ ਉਹਨੂੰ 10 ਵਾਰੀ ਸੋਚ, ਜਿਹਨੂੰ ਸਿਆਣੇ ਕਹਿੰਦੇ ਆ ਕੰਧਾਂ ਤੋਂ ਵੀ ਪੁੱਛ ਲੈਣਾ ਚਾਹੀਦਾ ਹੈ। ਤੇ ਉਹਨੂੰ 10 ਵਾਰੀ ਸੋਚ ਵੀ ਕੋਈ ਮੈਂ ਗਲਤ ਇਹੋ ਜਿਹਾ ਪਾਪ ਨਾ ਕਰ ਲਵਾਂ ਜਿਹਦੇ ਨਾਲ ਜਿਹੜਾ ਮੇਰਾ ਧਰਮੀ ਲਿਬਾਸ ਆ ਇਹਨੂੰ ਵੀ ਕੋਈ ਦਾਗ ਲੱਗੇ ਤੇ ਮੇਰੇ ਮਨ ਦੀ ਸ਼ਾਂਤੀ ਵੀ ਭੰਗ ਹੋਵੇ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਤ੍ਰਿਸ਼ਨਾ ਦੇ ਰੋਗ ਨੇ ਭਾਈ ਜਿਹੜਾ ਲੱਗਿਆ,
ਸਾਰੀ ਜ਼ਿੰਦਗੀ ਭਟਕਾ ਕੇ ਰੱਖਿਆ, ਇਹਨਾਂ ਪੰਜਾਂ ਦੇ ਵਸ ਹੋ ਕੇ ਪਾਪ ਵੀ ਵੱਡੇ ਵੱਡੇ ਕੀਤੇ, ਤੇ ਇਹ ਪੰਜਾਂ ਦੇ ਅਧੀਨ ਹੋ ਕੇ ਭਰਮ ਨੂੰ ਧਰਮ ਸਮਝ ਕੇ ਕਮਾਉਂਦਾ ਰਿਹਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪੰਜ ਵਿਕਾਰ ਨੇ। ਕਾਮ ਦੀ ਉਮਰ ਬੜੀ ਛੋਟੀ ਹੈ, ਪਰ ਲੰਬੀ ਉਮਰ ਕਰਨ ਲਈ ਲੋਕ ਯਤਨ ਕਰ ਰਹੇ ਆ। ਕ੍ਰੋਧ, ਜਦੋਂ ਕੋਈ ਦੁਸ਼ਮਣ ਵੇਖਿਆ ਆਇਆ ਤੇ ਫਿਰ ਕਿਤੇ ਨਾ ਕਿਤੇ ਸ਼ਾਂਤੀ 'ਚ ਵੀ ਆ ਜਾਂਦਾ। ਲੋਭ ਜਿਹੜਾ ਹੈ, ਇਹਦੀ ਉਮਰ ਬੜੀ ਲੰਮੇਰੀ ਹੈ, ਇਹ ਕਦੇ ਘਟਦਾ ਨਹੀਂ। ਇਹਨੂੰ ਇੱਕ ਅਖੀਰ ਫਿਰ ਤ੍ਰਿਸ਼ਨਾ ਵਿੱਚ ਬਦਲ ਜਾਂਦਾ ਹੈ। ਮਹਾਰਾਜ ਕਹਿੰਦੇ ਤ੍ਰਿਸ਼ਨਾ ਬਿਰਲੇ ਕੀ ਹੀ ਬੁਝੀ ਹੈ, ਕੋਟ ਜੋਰੇ ਲਾਖ ਕਰੋਰੇ, ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁਝੀ ਹੈ। ਜਿਸ ਗੱਲ ਦਾ ਕੋਈ ਤਣ ਪੱਤਣ ਨਾ ਹੋਵੇ, ਜਿਸ ਗੱਲ ਵਿੱਚ ਸੰਤੋਖ ਤੇ ਸਬਰ ਨਾ ਹੋਵੇ, ਜਿਹੜੀ ਗੱਲ ਕਿਤੇ ਰੁਕਣ ਦਾ ਨਾਂ ਨਾ ਲਵੇ, ਉਹਨੂੰ ਤ੍ਰਿਸ਼ਨਾ ਕਿਹਾ ਜਾਂਦਾ। ਤੇ ਜਿਸ ਗੱਲ ਦਾ ਮਨ ਵਿੱਚ ਲਾਲਸਾ ਵਾਰ-ਵਾਰ ਵੱਧਦੀ ਜਾਵੇ, ਉਹਨੂੰ ਪ੍ਰਾਪਤ, ਉਹਨੂੰ ਹਾਸਲ ਕਰਨ ਦੀ ਜਿਹੜੀ ਲੋਚਾ ਉਹ ਵੱਧਦੀ ਜਾਵੇ, ਉਹਨੂੰ ਲੋਭ ਕਿਹਾ ਜਾਂਦਾ। ਤੇ ਲੋਭ ਦੀ ਉਮਰ ਬੜੀ ਲੰਮੇਰੀ ਹੈ। ਅਖੀਰ ਲੋਕ ਲੋਭ ਵਸ ਹੋ ਕੇ ਆਪਣੇ ਸਕੇ ਰਿਸ਼ਤਿਆਂ ਨਾਲ ਵੀ ਧਰੋਹ ਕਮਾ ਜਾਂਦੇ। ਤੇ ਮਹਾਰਾਜ ਸਾਹਿਬ ਨੇ ਤਾਂ ਵੀ ਕਹਿ ਦਿੱਤਾ, ਲੋਭੀ ਕਾ ਵਿਸਾਹ ਨਾ ਕੀਚੈ, ਜੇ ਕਾ ਪਾਰ ਵਸਾਏ ਭਾਈ। ਲੋਭੀ ਬੰਦੇ ਦਾ ਕਦੇ ਵਿਸਾਹ ਨਾ ਕਰਿਓ। ਅੰਤ ਕਾਲ ਤਿੱਥੈ ਤੋ ਹੈ, ਉਹਨੇ ਅੰਤ ਤੁਹਾਡੀ ਉੱਥੇ ਬਾਂਹ ਛੱਡਣੀ ਹੈ ਜਿੱਥੇ ਹੱਥ ਨਾ ਪਾਏ। ਜਿੱਥੇ ਤੁਹਾਡਾ ਕੋਈ ਹੱਥ ਨਹੀਂ ਪੈਂਦਾ ਹੋਏਗਾ, ਉੱਥੇ ਰਿਸ਼ਤਾ ਤੋੜ ਕੇ ਚਲਿਆ ਜਾਏ। ਕਬਹੂ ਜਿਹੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਗੰਗੂ ਬ੍ਰਾਹਮਣ ਨੇ ਇੰਨਾ ਵੱਡਾ ਪਾਪ ਲੋਭ ਵਸ ਹੋ ਕੇ ਕੀਤਾ ਨਾ, दुनिया में आके अपना नाम बदनाम कर गया। दुश्मन भी जो कर ना सका वो ऐसा काम कर गया। एक लोभ वस होके गंगू काले अखरां विच अपना नाम दर्ज करा गया। जदों जदों भी साहिबजादियां दे बहादरीआं दीआं गल्लां चलणगीआं, उन्हां दी सूरमताई दे किस्से सुनाए जाणगे, नाल नाल गंगू नूं भी लाणतां पैणगीआं, क्योंकि लोभ वस होके पाप वड्डा कर गया। लोभ दी उमर बहुत वड्डी है, लोभ मोह, मोह दी उस तों भी वड्डी है। ये सारी जिंदगी घटदा ही नहीं। पहला अपना मोह, अपने परिवार का मोह, अपने बच्चों का मोह, फिर ये मोह पोते पोतियां का, दोते दोतियां का हो गया। फिर जे रब ने उम्र लंबी दी है, चौथी पीढ़ी चल पई, पड़ोते पड़ोतियां का मोह वध जाता है। किथे तां ये जिवें जिवें उम्र लमेरी होनी सी, नाम जप के सेवा करके चंगे गुण करके रब दे नेड़े जाना सी, ते संसार दे ये पदार्थां नालों दूरियां बनाउणियां सन। पर पातशाह कहते उल्ट होया, जिवें जिवें उम्र वधदी गई उवें उवें मोह भी वधदा गया, उवें उवें पकड़ वधदी गई। यही मन में आउंदा गया भी जे मैं घर च ना रहा तो घर चलेगा किवें, जे मैं किते चला गया घर दा बनेगा की, मेरे परिवार दा की बनेगा, मेरी जमीन दा की बनेगा, जायदाद दा की बनेगा। इन्नियां मोह दीयां तंदां पक्कियां हुंदियां गईयां। पर सतगुरु कहते जाना तो सब नहीं है, जो आया सो चल सी, सब कोई आई वारी है। पर इस मोह के अधीन हुए इंसान की आत्मा फिर सबर में चले गई, क्योंकि आत्मा का अपना कोई रास्ता नहीं हुंदा। उन्हें सुरत के पिछे चलना, सुरत ने शब्द के पिछे चलना। हुण सुरत विच तां घर परिवार, बच्चे, धीआं, धन पदार्थ सब कुछ चल रहा, क्योंकि मोह बहुत सी उन्हां नाल। ते महाराज साहब कहते फिर मोह वस होए, जिहो जे अंत वेले चिंतन करता होया, जिहो जिहियां गल्लां मन में चलदियां चलदियां इंसान दुनिया तो चले गए, ओह जो जामे मिल गए। ते इस तो अगला है काम, क्रोध, लोभ, मोह, हंकार। हंकार की तो कोई सीमा ही नहीं ना। हंकार दे विच तां पातशाह कहते आउण जाण जिहड़ा बणिया होया, ये असल विच हंकार करके बणिया। हौं विच आया, हौं विच गया, हौं विच जम्मिया, हौं विच लिया, हौं विच दिता, सारा कुछ हंकार दे अधीन हो रहा। हौं मैं दीर्घ रोग है, जन्म मरण उसी को है रे, उहां आवे जाई। जम्मण मरना उसे लिया जिहदे अंदर हंकार है। जिहड़ा हंकार को नहीं जित सकिया, वो निरंकार तक कदों पहुंचेगा। हंकार बस होए नूं अपना आप दिसदा है, अपना परिवार दिसदा है, संसार दिसदा है, विकार दिसदा है। हंकार दियां ऐसियां कंधां मन विच ये दीवारां बन जांदियां ने, अंदर बैठा नूं परमात्मा करतार निरंकार नजर नहीं आउंदा, ते हंकार बस होए नूं संसार दे परिवार ही नजर आ गए।
पर जिहदे कोले सिमरन दी शक्ति होवे, जिहदे कोले परमात्मा दे नाम दी बरकत होवे, परमात्मा दे नाम दा दिता होया वो शब्द दा धुनख वो तीर कमान होवे, वो इन्हां पंजां विकारां तो फतेहयाब हो जाते हैं। ताई महाराज साहब ने कहा, हों गुसाई का पहलवानड़ा, मैं गुरमिल उच्च दमालड़ा। मैं पहलवान तो असल में वो है भाई, सब होई छिंज इकट्ठियां दियो बैठा वेखै आप जियो, वात वजन टमक मेरियां मल लथे लेंदे फेरियां, निहत्ते पंज जवान मैं गुरथापी दिती कंड जियो। मैं गुरु परमात्मा दा पहलवान बन के आया, सतगुरु सामने बैठिया, पंज निहत्ते जवान, पंज विकार ने, पंज निहत्ते जवान वो मेरे ते वार-वार हमला कर रहे हैं, शुभ गुणों नूं चुरा रहे हैं, मेरे अंदरों दैवी गुणों नूं खत्म कर रहे हैं, मैनूं वार-वार परमात्मा भुला रहे हैं, वार-वार निरंकार नूं भुला के संसार ते विकारां नाल जोड़ रहे हैं। पर सतगुरु ने ऐसी बख्शिश दी मैनूं स्थापी दित्ती, इहो जिहा बख्शिश भरिया मेरे कंड ते हथ रखिया ते मैं इह पंजां तो फतेहयाब होके निकल गया। मैं इन्हां अंदर दे पंज विकारां तो फतेहयाब होके निकल गया। महाबली सूरमा उही हुंदा है जेड़ा इकल्ले पंज विकारां तो नहीं, जेड़ा इन्हां दा लंबा चौड़ा परिवार है ना, आसा तृष्णा वासनावां इच्छावां, बड़ा लंबा चौड़ा सिस्टम है, इन्हां सारियां ते फतेहयाब हो जाए, वो महाबली सूरमा हुंदा है। तिथे जोध महाबल सूर, जोधा भी है, महाबली भी है, सूरमा भी है। ते महाराज साहब कहते जदों सतगुरु पातशाह दा बख्शिश दा हथ सिर ते होवे, जदों दी किरपा दा हथ सिर ते होवे, जे भाई बचित्र सिंह बाहरले इन्ने वड्डे हाथियां ते फतेहयाब हो जाता है, क्योंकि हथ गुरु गोबिंद सिंह दा सिर ते, ते जे गुरु गोबिंद सिंह दा हथ साडे सिर ते होवे, जे असीं बाहरले दुश्मनां ते फतेहयाब हो जाने आ, जे साडा एक एक सिंह सवा सवा लाख तो फतेहयाब हो जाता है, फिर आ पंज विकारां दी तां गल ही छोटी है। जे गुरु दा हथ साडे सिर ते होवे, असीं इह पंज विकारां तो भी फतेहयाब हो जाए। अज गुरु अमरदास साहब ने सानू दसना है कि पंज विकारां तो मैं किवें फतेहयाब होया, किहड़े किहड़े शस्त्र अस्त्र परमात्मा ने मैनूं बख्शे। ते अज भाई जी तुसीं भी शस्त्रां नूं धारण कर लो, तुसीं भी वो सतगुरु पातशाह वालों दिते हुए शस्त्रां नूं अपने कोल रख लो, ते तुसीं भी फतेहयाब हो जाओ। तो इसलिए महाराज साहब कहते हैं, ये पंज विकार, ये तृष्णा का रोग लग्या, पंज विकार नाल अटैच हो गए, जुड़ गए। फिर इन्होंने पल पल हर जी के अंदर पारियो, हर पल हर वेले एक एक पल निमक चसिया करके, अख बंद करके खोलण दे समय, इन्ने इन्ने समय करके भी मेरा परमात्मा तो विछोड़ा पाउंदे गए, इन्ने इन्ने समय करके भी मेरी परमात्मा तो दूरी बनाउंदे गए, इन्ने इन्ने समय करके भी मैनूं परमात्मा तो दूर ले जाते गए। ये विकारां दी अग ने। भाई साहब भाई कदारी जी होया, धन गुरु अमरदास पातशाह कोल आए, कहते महाराज सुख शांति परमात्मा ने बाहरी तौर पर बड़ा कुछ दिता होया, पर मन नूं शांति नहीं। मन तो इउं तड़पदा जिवें भट्ठी च दाणे भुज रहे हो। घर विच किसी सुख की कमी नहीं, कोई पदार्थां की कमी नहीं, धन तो असीं बड़ा कुछ दिता होया, ते मन भी किसी बचत में आउंदा, मन किसी विस्वाद में नहीं आता, मन हर वेले तड़फ रहा है। क्यों तड़फ रहा है समझ नहीं आ रही। सतगुरु पातशाह कहते भाई अग किते भी लगी होवे, किसी भी तरह की लगी होवे, सियाणे दाने आलम लोग फटाफट पानी वाल नूं भजदे आ कि पानी लैके आओ जां पानी कोल जाओ, क्योंकि पानी किहो जिहा मर्जी होवे, इन्ना क सब नूं भरोसा भी अग पानी बुझा सकदा, कोई होर नहीं। महाराज मैं समझिया नहीं की कहना चाहते। पातशाह कहते भाई कदारी बाहरली एक अग लगी होवे, कितनी बर्बादी के मुंह विच लै जाती है, मौत के मुंह विच लै जाती है, सब कुछ वेखद्या वेखद्या नेस्तो नाबूद कर देती है। पर वो पानी का प्रबंध हो जाए तो अग ते फतेहयाब इंसान पा लेंदा, चलो नुकसान जब तक बड़ा हो जाता है, पर इस इंसान के अंतर आत्मे नूं तां पंज विकारां दी अग लगी हुई, पंज विकारां दी अग लगी हुई है। ते जिथे पंज तरह की अग नाल होर तरह दी अगां भी इकट्ठियां होईयां, ते मन नूं चिंता दी सन्नी जिहदे नाल लोहे नूं फड़ के सेक लवाया जाता है।
ਇਹ ਚਿੰਤਾ ਦੀ ਸੰਨੀ ਮਨ ਨੂੰ ਇਹ ਵਿਕਾਰਾਂ ਦੀ ਅੱਗ ਵਿੱਚ ਉਲਟਾ ਕੇ ਚਾਰ ਸਪੇਰਿਆਂ ਤੋਂ ਸੇਕ ਲਵਾ ਰਹੀ ਹੈ। ਮਨ ਕਿਵੇਂ ਬਚੇਗਾ? ਪਾਤਸ਼ਾਹ ਮੈਂ ਹੀ ਤਾਂ ਪੁੱਛਣ ਆਇਆ ਵੀ ਕਿਵੇਂ ਬਚੇਗਾ। ਸਤਿਗੁਰੂ ਕਹਿੰਦੇ ਜੇ ਬਾਹਰੀ ਤੌਰ ਤੇ ਅੱਗ ਲੱਗੀ ਲੋਕ ਪਾਣੀ ਕੋਲ ਨੂੰ ਭੱਜਦੇ ਆ, ਤੇ ਭਾਈ ਜੇ ਅੰਦਰ ਵਿਕਾਰਾਂ ਦੀ ਅੱਗ ਲੱਗੀ ਹੋਵੇ ਤੇ ਗੁਰਸਿੱਖ ਨੂੰ ਸਤ ਸੰਗ ਰੂਪੀ ਸਰੋਵਰ ਕੋਲ ਆ ਜਾਣਾ ਚਾਹੀਦਾ। ਤਾਂ ਜਗਿਆਸੂ ਨੂੰ ਸਤ ਸੰਗ ਰੂਪੀ ਸਰੋਵਰ ਕੋਲੇ ਪਹੁੰਚ ਜਾਣਾ ਚਾਹੀਦਾ। ਕੱਲ ਤਾਤੀ ਠਾਂਡਾ ਹਰਨਾਓ, ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਐਸੀ ਨਾਮ ਦੀ ਰਹਿਮਤ, ਨਾਮ ਦਾ ਇਹੋ ਜਿਹਾ ਪਾਣੀ ਬਖਸ਼ਿਸ਼ ਕਰਨਗੇ, ਸਿਮਰਨ ਦਾ ਪਾਣੀ ਬਖਸ਼ਣਗੇ, ਬਾਣੀ ਦਾ ਪਾਣੀ ਬਖਸ਼ਣਗੇ। ਜਦੋਂ ਇਹ ਬਾਣੀ ਦਾ ਪਾਣੀ ਅੰਦਰ ਜਾਏਗਾ, ਜਦੋਂ ਇਹ ਸਿਮਰਨ ਦਾ ਪਾਣੀ ਅੰਦਰ ਜਾਏਗਾ, ਜਦੋਂ ਕੱਲ ਤਾਤੀ ਠਾਂਡਾ ਹਰਨਾਓ ਪਰਮਾਤਮਾ ਦਾ ਨਾਮ ਅੰਦਰ ਜਾਏਗਾ, ਭਾਈ ਕਦਾਰੀ ਜੀ ਫਿਰ ਇਹ ਅੱਗ ਨੇ ਹੌਲੀ ਹੌਲੀ ਖਤਮ ਹੋ ਜਾਣਾ, ਬੁਝ ਜਾਣਾ। ਤੇ ਜਿਹੜਾ ਤੇਰਾ ਮਨ ਦਿਨ ਰਾਤ ਬਾਹਰਲੇ ਤੌਰ ਤੇ ਇੰਨੇ ਸੁੱਖ ਆਰਾਮ ਹੁੰਦਿਆਂ ਹੋਇਆਂ ਵੀ ਤੜਫ ਰਿਹਾ ਹੈ, ਫਿਰ ਬਾਹਰੀ ਤੌਰ ਤੇ ਭਾਵੇਂ ਸੁੱਖ ਨਾ ਵੀ ਹੋਣ, ਮਨ ਸੁੱਖ ਦੀ ਤਰ੍ਹਾਂ ਭਾਵੇਂ ਰਾਜੇ ਸ਼ਮਨਾਬ ਦੀ ਜੇਲ੍ਹ 'ਚ ਬੈਠਾ ਹੋਵੇ, ਪਰ ਮਨ ਫਿਰ ਵੀ ਪਰਮਾਤਮਾ ਦੇ ਸੋਲੇ ਗਾਏਗਾ। ਮਨ ਫਿਰ ਵੀ ਕਿਸੇ ਸ਼ਾਂਤੀ ਵਿੱਚ ਹੋਏਗਾ, ਕਿਉਂਕਿ ਦੁਖੀ ਮਨ ਹੈ, ਸੜ ਮਨ ਰਿਹਾ, ਅੱਗ ਮਨ ਨੂੰ ਲੱਗੀ ਹੋਈ ਹੈ। ਤ੍ਰਿਸ਼ਨਾ ਦਾ ਰੋਗ ਲੱਗਿਆ, ਨਾਲ ਪੰਜ ਵਿਕਾਰ ਇਕੱਠੇ ਹੋਏ। ਇਹਨਾਂ ਨੇ ਹਰ ਵੇਲੇ ਪ੍ਰਮਾਤਮਾ ਨਾਲੋਂ ਦੂਰੀਆਂ ਬਣਾਈਆਂ, ਹਰ ਵੇਲੇ ਵਿਕਾਰਾਂ ਦੀ ਅੱਗ ਵਿੱਚ ਮਨ ਨੂੰ ਸਾੜਿਆ, ਮੇਰੇ ਦੇਵੀ ਗੁਣਾਂ ਨੂੰ ਸਾੜਿਆ, ਸ਼ੁਭ ਗੁਣਾਂ ਨੂੰ ਸਾੜਿਆ, ਜਿਸ ਕਰਕੇ ਮੇਰੀ ਜ਼ਿੰਦਗੀ ਵਿੱਚੋਂ ਭਟਕਣਾ ਖਤਮ ਨਹੀਂ ਹੋਈ। ਲੋਭ ਵਿਕਾਰ ਜਿੰਨਾ ਮਨ ਲੱਗਾ, ਹਰ ਬਿਸਰਿਆ ਪੁਰਖ ਚ ਘੇਰਾ। ਪਾਤਸ਼ਾਹ ਕਹਿੰਦੇ ਇਹੋ ਜਿਹੇ ਵਿਕਾਰ ਜਿਨ੍ਹਾਂ ਦੇ ਮਨ ਲੱਗ ਗਏ, ਜਿਨ੍ਹਾਂ ਦਾ ਮਨ ਇਹੋ ਜਿਹੇ ਵਿਕਾਰਾਂ ਦੇ ਅਧੀਨ ਹੋ ਗਿਆ, ਉਹ ਆਪਣੀ ਜ਼ਿੰਦਗੀ ਦਾ ਬਹੁਤ ਕੁਝ ਗਵਾ ਕੇ ਚਲੇ ਜਾਂਦੇ ਆ। ਜ਼ਿੰਦਗੀ ਦਾ ਕੀਮਤੀ ਸਮਾਂ ਹੀ ਨਹੀਂ, ਸਵਾਸ ਹੀ ਨਹੀਂ, ਜਿਹੜੇ ਰੱਬ ਨੇ ਸ਼ੁਭ ਗੁਣ, ਜਦੋਂ ਇਨਸਾਨ ਬੱਚੇ ਦਾ ਜਨਮ ਹੁੰਦਾ ਨਾ, ਉਹਦੀਆਂ ਦੋਵੇਂ ਮੁੱਠੀਆਂ ਬੰਦ ਹੁੰਦੀਆਂ ਨੇ, ਤੇ ਜਦੋਂ ਉਹਨੇ ਦੁਨੀਆ ਤੋਂ ਜਾਣਾ ਤੇ ਦੋਵੇਂ ਹੱਥ ਲੰਮਕ ਰਿਹਾ, ਖਾਲੀ ਨੂੰ ਮੁੱਠੀ ਬੰਦ ਕਰੋ ਨਹੀਂ ਹੁੰਦੀ। ਇਹ ਵੀ ਇੱਕ ਗੱਲ ਦਾ ਸੰਕੇਤ ਦੇ ਰਿਹਾ, ਭਾਈ ਜਦੋਂ ਦੁਨੀਆ ਤੇ ਆਇਆ ਤੇਰੀਆਂ ਮੁੱਠੀਆਂ ਬੰਦ, ਮੁੱਠੀਆਂ 'ਚ ਸਵਾਸ ਸਨ, ਮੁੱਠੀਆਂ 'ਚ ਦੇਵੀ ਗੁਣ ਸਨ, ਮੁੱਠੀਆਂ ਵਿੱਚ ਪਰਮਾਤਮਾ ਦੀ ਰੱਬੀ ਰਹਿਮਤ, ਬੜਾ ਕੁਛ ਪਰਮਾਤਮਾ ਨੇ ਤੇਰੇ ਹੱਥ ਵਿੱਚ ਦੇ ਕੇ। ਧੰਨ ਗੁਰੂ ਨਾਨਕ ਸਾਹਿਬ ਦੇ ਜਦੋਂ ਦੋਵੇਂ ਹੱਥ ਪੰਡਤ ਹਰਦਿਆਲ ਨੇ ਵੇਖੇ ਸੀ ਨਾ, 70 ਸਾਲ ਦੀ ਉਮਰ ਆ ਉਸ ਵੇਲੇ ਪੰਡਤ ਹਰਦਿਆਲ ਦੀ, ਮਹਾਰਾਜ ਸਾਹਿਬ ਦਾ ਮਸਤਕ ਵੇਖਿਆ, ਗਰੀਬ ਨਵਾਜ਼ ਪਾਤਸ਼ਾਹ ਦੇ ਚਰਨ ਤੱਕੇ ਪੈਰਾਂ 'ਚ ਜੋੜਾ ਲਾ ਦਿੱਤਾ ਉਹਨੇ, ਹੱਥ ਜੁੜ ਗਏ ਉਹਦੇ। ਜਿਵੇਂ ਹੀ ਉਹਨੇ ਖੱਬਾ ਹੱਥ ਵੇਖਿਆ, ਸੱਜਾ ਹੱਥ ਵੇਖਿਆ, ਸਾਡੇ ਹੱਥਾਂ ਵਿੱਚ ਵੀ ਪਰਮਾਤਮਾ ਨੇ ਬੜਾ ਕੁਛ ਰੱਖਿਆ। ਤੇ ਪੰਡਤ ਹਰਦਿਆਲ ਨੇ ਕਿਹਾ ਸੀ, ਮਹਿਤਾ ਕਲਿਆਣਦਾਸ, ਜਿਹੜਾ ਇਹ ਬਾਲਕ ਤੇਰੇ ਘਰ ਵਿੱਚ ਆਇਆ ਹੈ, ਇਹ ਕੋਈ ਵੱਡਾ ਗੁਰੂ ਪੀਰ ਸੁਣਾਏਗਾ, ਗੋ ਗਿਰ ਸਾਗਰ ਮਾਰਗ ਦੇਹੀ, ਇਹਨੂੰ ਪਾਣੀ ਵੀ ਰਸਤਾ ਦੇਗਾ, ਇਹਨੂੰ ਧਰਤੀ ਰਸਤਾ ਦੇਗੀ, ਇਹਨੂੰ ਜੰਗਲ ਬੇਲੇ ਰਸਤਾ ਦੇਣਗੇ, ਇਹਨੂੰ ਵੱਡੇ ਵੱਡੇ ਪਹਾੜ ਵੀ ਰਸਤਾ ਦੇਣਗੇ। ਪੰਡਤ ਜੀ ਕਿਵੇਂ ਅੰਦਾਜ਼ਾ ਲਾਇਆ? ਕਹਿੰਦੇ ਆ ਵੇਖ ਇਹਦੇ ਹੱਥਾਂ 'ਚ, ਦੁਨੀਆ ਤੇ ਕੋਈ ਆਉਂਦਾ ਉਹਨੂੰ ਰਾਜਾ ਲੋਕ ਬਣਾਉਂਦੇ ਨੇ, ਉਹਨੂੰ ਚਵਰ ਤੇ ਛਤਰ ਤਖਤ ਲੋਕ ਦਿੰਦੇ ਨੇ, ਪਰ ਜਿਹੜਾ ਬਾਲਕ ਤੇਰੇ ਘਰ ਵਿੱਚ ਆਇਆ, ਇਹਦੇ ਹੱਥਾਂ ਵਿੱਚ ਹੀ ਚਵਰ ਤੇ ਛਤਰ ਨੇ, ਇਹਦੇ ਹੱਥਾਂ ਵਿੱਚ ਹੀ ਚੌਰ ਤੇ ਤਖਤ ਨੇ, ਤੇ ਜੋ ਕੁਛ ਵੀ ਇਹਦੇ ਹੱਥਾਂ ਵਿੱਚ ਮਸਤਕ ਵਿੱਚ ਹੈ, ਇਹ ਲੋਕਾਂ ਦਾ ਦਿੱਤਾ ਨਹੀਂ, ਇਹ ਪਰਮਾਤਮਾ ਦੇ ਘਰ ਤੋਂ ਲੈ ਕੇ ਆਇਆ। ਜੇ ਪਰਮਾਤਮਾ ਦੇ ਘਰ ਤੋਂ ਆਇਆ ਤੇ ਇਹ ਜੁਗੋ ਜੁਗ ਅਟਲ ਰਹੇਗਾ। ਇਹ ਜੇ ਲੋਕਾਂ ਦਾ ਦਿੱਤਾ ਹੁੰਦਾ ਤਾਂ ਲੋਕਾਂ ਨੇ ਖੋਹ ਵੀ ਲੈਣਾ ਸੀ, ਤੇ ਇਹ ਪਰਮਾਤਮਾ ਨੇ ਦਿੱਤਾ, ਇਹਨੂੰ ਕਦੇ ਕੋਈ ਖੋਹ ਨਹੀਂ ਸਕਦਾ ਤੇ ਖਤਮ ਨਹੀਂ ਹੋ ਸਕਦਾ। ਕਹਿਣ ਤੋਂ ਭਾਵ ਸਤਿਗੁਰੂ ਪਾਤਸ਼ਾਹ ਅਕਾਲ ਪੁਰਖ ਨੇ ਸਾਡੇ ਹੱਥਾਂ ਵਿੱਚ ਬੜਾ ਕੁਛ ਰੱਖ ਕੇ ਭੇਜਿਆ। ਪਰ ਜਦੋਂ ਇਨਸਾਨ 60 70 80 90 100 ਸਾਲ ਦੀ ਉਮਰ ਭੋਗ ਕੇ ਜਾਂਦਾ ਹੈ, ਹੱਥ ਦੋਵੇਂ ਖਾਲੀ ਹੋਣ, ਲੰਮਕ ਰਹੇ ਹੋਣ, ਉਦੋਂ ਆਮ ਸਿਆਣੇ ਬੰਦੇ ਅੰਦਾਜ਼ਾ ਤਾਂ ਲਾਈ ਲੈਂਦੇ ਆ ਵੀ ਭਾਈ ਆਉਣ ਲੱਗਿਆ ਮੁੱਠੀਆਂ ਬੰਦ, ਬੜਾ ਕੁਛ ਸੀ, ਜਾਣ ਲੱਗਿਆ ਹੱਥ ਖਾਲੀ ਹੈ, ਚੱਲੇ ਜਵਾਰੀ ਦੋਏ ਹੱਥ ਝਾੜ, ਤੂੰ ਤਾਂ ਹਾਰੇ ਹੋਏ ਜਵਾਰੀ ਤਰ੍ਹਾਂ ਦੋਵੇਂ ਹੱਥ ਝਾੜ ਕੇ ਤੁਰ ਪਿਆ, ਕੀ ਹੈ ਤੇਰੇ ਕੋਲ ਅੱਜ? ਨਾਗੇ ਪਾਪ ਹੁੰਦੇ ਗਏ ਜਿਨਕੇ ਲਾਭ ਕਰੋ, ਅੱਜ ਕੀ ਹੈ ਤੇਰੇ ਕੋਲ? ਕੁਛ ਵੀ ਨਹੀਂ। ਗੁਣਾ ਗਵਾਈ ਗੰਠੜੀ ਔਗਣ ਚੱਲੀ ਬੰਨ, ਸਾਰੇ ਗੁਣ ਗਵਾ ਕੇ ਔਗਣਾਂ ਦੀਆਂ ਪੰਡਾਂ ਬਣ ਕੇ ਸੰਸਾਰ ਤੋਂ ਚੱਲਿਆ। तो महाराज साहब कहते भाई ये मनुखा जीवन प्रभु परमात्मा नूं मिलण वास्ते अकाल पुरख ने बख्शिया है।
ਕਹੋ ਕਬੀਰ ਤੋਂ ਰਾਮ ਕੀਆਂ ਸੋ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਲੋਕਾਂ ਨੂੰ ਪਛਾਣਦੇ ਰਹੇ ਸਾਰੀ ਉਮਰ, ਲੋਕਾਂ ਵੱਲ ਹੀ ਧਿਆਨ ਦਿੰਦੇ ਰਹੇ ਸਾਰੀ ਉਮਰ। ਹਰ ਕੋਈ ਕਹਿੰਦਾ ਵੀ ਮੈਨੂੰ ਪਛਾਣ ਲਿਆ, ਉਹ ਕਹਿੰਦਾ ਮੈਂ ਤੈਨੂੰ ਪਛਾਣ ਲਿਆ, ਮੈਂ ਚੰਗੀ ਤਰ੍ਹਾਂ ਜਾਣਦਾ, ਮੈਂ ਤੈਨੂੰ ਪਛਾਣਦਾ। ਪਰ ਮਹਾਰਾਜ ਸਾਹਿਬ ਕਹਿੰਦੇ ਪਛਾਣਨਾ ਤਾਂ ਆਪਣੇ ਆਪ ਨੂੰ ਸੀ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਆਪਣੇ ਮੂਲ ਨੂੰ ਪਛਾਣ, ਤੂੰ ਹੈ ਕੌਣ ਹੈ। ਬਾਬਾ ਫਰੀਦ ਸਾਹਿਬ ਇੱਕ ਬਾਗ ਵਿੱਚ ਗਏ, ਬਾਗ ਨੂੰ ਤੱਕਿਆ, ਕਿਉਂਕਿ ਦਰਵੇਸ਼ ਨੇ, ਸੂਫੀ ਨੇ, ਫਕੀਰ ਨੇ, ਰੱਬ ਨਾਲ ਇੱਕ ਮਿਗਤਾ ਹੈ, ਰੱਬ ਨਾਲ ਨੇੜਤਾ ਹੈ, ਪਰਮਾਤਮਾ ਵਿੱਚ ਲੀਨਤਾ ਹੈ, ਅਭੇਦਤਾ ਹੈ, ਕੁਦਰਤ ਨਾਲ ਗੱਲਾਂ ਕਰ ਲੈਂਦੇ ਆ। ਤੁਸੀਂ ਭਾਈ ਸਾਹਿਬ ਭਾਈ ਵੀਰ ਸਿੰਘ ਦਾ ਲਿਟਰੇਚਰ ਪੜ੍ਹੋ, ਪਿਆਰੇ ਦਾ ਪਿਆਰਾ ਪੜ੍ਹੋ, ਬੜੀਆਂ ਉਹਨਾਂ ਦੀਆਂ ਕਿਤਾਬਾਂ ਨੇ, ਤਕਰੀਬਨ ਗੱਲਾਂ ਕੁਦਰਤ ਨਾਲ ਨੇ। ਉਸ ਕਾਦਰ ਦੀ ਕੁਦਰਤ ਕਰੇ, ਕਿਤੇ ਟਾਹਲੀ ਦੇ ਪੱਤਿਆਂ ਨਾਲ ਗੱਲ, ਕਿਤੇ ਪਾਣੀ ਦੇ ਚਸ਼ਮਿਆਂ ਨਾਲ ਗੱਲ, ਕਿਤੇ ਵਗ ਰਹੀ ਤੇਜ਼ ਹਵਾ ਨਾਲ ਗੱਲ, ਕਿਤੇ ਗੁਲਾਬ ਦੇ ਬੂਟੇ ਨਾਲ ਗੱਲ। ਕਿਉਂਕਿ ਪ੍ਰਮਾਤਮਾ ਨੇ ਉਹਨਾਂ ਨੂੰ ਇਹ ਕਲਾ, ਇਹ ਉਹਨਾਂ ਨੂੰ ਹੁਨਰ ਦਿੱਤਾ। ਉਹਨਾਂ ਦਾ ਬੌਧਿਕ ਮੰਡਲ ਇੰਨਾ ਉੱਚਾ ਹੋ ਚੁੱਕਿਆ, ਉਹਨਾਂ ਨੂੰ ਕੁਦਰਤ ਵਿੱਚ ਕਾਦਰ ਨਜ਼ਰ ਆ ਰਿਹਾ ਹੈ ਤੇ ਉਹ ਕਾਦਰ ਨਾਲ ਗੱਲਾਂ ਕੁਦਰਤ ਰਾਹੀਂ ਕਰ ਲੈਂਦੇ। ਬਾਬਾ ਫਰੀਦ ਸਾਹਿਬ ਬਾਗ ਨੂੰ ਵੇਖ ਰਹੇ ਆ, ਘੁੰਮ ਰਹੇ ਆ, ਤੇ ਬਾਗ ਦੇ ਮਾਲੀ ਦੀ ਆਵਾਜ਼ ਆਈ ਅਚਾਨਕ, ਭਾਈ ਤੂੰ ਕੌਣ ਹੈ, ਤੂੰ ਕਿੱਥੋਂ ਆਇਆ, ਤੂੰ ਕਿੱਥੇ ਜਾਣਾ। ਇਹ ਤਿੰਨ ਗੱਲਾਂ ਸੁਭਾਵਿਕ, ਕੋਈ ਨਵਾਂ ਬੰਦਾ ਆਵੇ ਘਰ 'ਚ ਆਪਾਂ ਪੁੱਛ ਹੀ ਲੈਂਦੇ, ਤੂੰ ਕੌਣ ਹੈ ਭਾਈ, ਕਿੱਥੋਂ ਆਇਆ ਤੇ ਕਿੱਥੇ ਜਾਣਾ। ਬਾਬਾ ਫਰੀਦ ਸਾਹਿਬ ਰੱਬ ਦੀ ਢੂੰਡ ਵਿੱਚ ਨੇ, ਰੱਬ ਪਰਮਾਤਮਾ ਵਿੱਚ ਅਭੇਦ ਹੋਣ ਲਈ ਤੁਰੇ ਨੇ। ਬੜੇ ਗੰਭੀਰਤਾ ਵਿੱਚ ਬੋਲੇ, ਕਹਿੰਦੇ ਇਹੀ ਤਾਂ ਮੈਂ ਸਮਝਣ ਲਈ ਤੁਰਿਆ ਹੋਇਆ, ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ ਤੇ ਮੈਂ ਅੱਗੇ ਕਿੱਥੇ ਜਾਣਾ। ਮੈਨੂੰ ਇਸ ਗੱਲ ਦੀ ਹਲੇ ਸਮਝ ਨਹੀਂ ਲੱਗ ਰਹੀ। ਮੈਨੂੰ ਇਸੇ ਗੱਲ ਦੀ ਸਮਝ ਵਾਸਤੇ ਹੀ ਮੈਂ ਪਰਮਾਰਥ ਦਾ ਰਸਤਾ ਚੁਣਿਆ, ਤਾਂ ਕਿ ਮੈਨੂੰ ਸਮਝ ਲੱਗ ਸਕੇ ਅਸਲ ਵਿੱਚ ਮੈਂ ਹਾਂ ਕੌਣ, ਮੇਰੀ ਹੋਂਦ ਕੀ ਹੈ, ਮੇਰਾ ਮੂਲ ਕੀ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਪਾਤਸ਼ਾਹ ਕੋਲ ਆ ਕੇ ਬੈਠੋਗੇ, ਮਹਾਰਾਜ ਦੱਸਣਗੇ ਭਾਈ ਤੂੰ ਪਰਮਾਤਮਾ ਦੀ ਅੰਸ਼ ਵੰਸ਼ ਵਿੱਚੋਂ ਹੈ, ਤੂੰ ਪਰਮਾਤਮਾ ਦੇ ਘਰ ਵਿੱਚ ਤੇਰਾ ਜਨਮ ਹੋਇਆ, ਪਰਮਾਤਮਾ ਦਾ ਸੁਪੁੱਤਰ ਹੈ ਤੂੰ। ਗ੍ਰਸਤਨ ਮੈਂ ਤੂੰ ਵੱਡੋ ਗ੍ਰਸਤੀ, ਪਰਮਾਤਮਾ ਸਭ ਤੋਂ ਵੱਡਾ ਗ੍ਰਸਤੀ ਹੈ। ਜੇ ਅੱਜ 84 ਲੱਖ ਜੂਨਾਂ ਦਾ ਜ਼ਿਕਰ ਕਰਦੇ, ਸਾਰੀਆਂ ਪਰਮਾਤਮਾ ਦੀਆਂ ਨੇ, ਤਾਂ ਹੀ ਤਾਂ ਉਹ ਸਾਰਿਆਂ ਦੇ ਵਿੱਚ ਬੈਠਾ ਨਾ, ਤਾਂ ਹੀ ਉਹਨੂੰ ਕਰਤਾ ਪੁਰਖ ਕਹਿੰਦੇ ਆ। ਜੋ ਕੁਛ ਉਹਨੇ ਬਣਾਇਆ, ਬਣਾ ਕੇ ਆਪਣੇ ਆਪ ਨੂੰ ਬਾਹਰ ਨਹੀਂ ਰੱਖਿਆ, ਹਰ ਇੱਕ ਦੇ ਵਿੱਚ ਡਿੱਗਿਆ। ਪਰ ਜਦੋਂ ਕਹਿੰਦੇ ਆ ਪਰਮਾਤਮਾ ਦੁਨੀਆ ਦੀ ਘਾਟ ਕੱਢ ਰਿਹਾ ਸੀ, ਸੰਸਾਰ ਨੂੰ ਬਣਾ ਰਿਹਾ ਸੀ, 84 ਲੱਖ ਜੂਨਾਂ ਦੀ ਸਿਰਜਣਾ ਕਰ ਰਿਹਾ ਸੀ, ਸਭ ਤੋਂ ਉੱਤਮ, ਸਭ ਤੋਂ ਸਰਵੋਤਮ ਮਨੁੱਖਾ ਜੀਵਨ ਬਣਾਇਆ, ਇਨਸਾਨ ਨੂੰ ਬਣਾਇਆ, ਮਤ, ਬੁੱਧ, ਅਕਲ, ਦਿਮਾਗ ਸਭ ਕੁਝ ਪਰਮਾਤਮਾ ਨੇ ਦੇ ਦਿੱਤਾ। ਤਾਂ ਪਰਮਾਤਮਾ ਹੁਣ ਸੋਚਦਾ ਵੀ ਮੈਂ ਕਿੱਥੇ ਜਾਵਾਂ, ਮੈਂ ਕਿੱਥੇ ਬੈਠਾਂ। ਬੰਦੇ ਨੂੰ ਸਭ ਕੁਝ ਦੇ ਦਿੱਤਾ, ਇਹਨੇ ਤਾਂ ਮੈਨੂੰ ਟਿਕਣ ਨਹੀਂ ਦੇਣਾ। ਨਿੱਕੀ ਨਿੱਕੀ ਗੱਲ ਤਾਂ ਮੈਨੂੰ ਖਿੱਚਾ ਤੂੰ ਹੀ ਕਰੇਗਾ। ਬੜਿਆਂ ਨੇ ਕਿਹਾ ਜੀ ਤੁਸੀਂ ਇੱਥੇ ਬੈਠ ਜਾਓ, ਤੁਸੀਂ ਇੱਥੇ ਬੈਠ ਜਾਓ, ਤੁਸੀਂ ਆਪਣੇ ਆਪ ਨੂੰ ਇੱਥੇ ਲੁਕੋ ਲਓ। ਪਰਮਾਤਮਾ ਨੇ ਸੋਚਿਆ ਨਹੀਂ, ਮੈਂ ਇੱਧਰ ਉੱਧਰ ਕਿਤੇ ਨਹੀਂ ਲੁਕਣਾ। ਮੈਂ ਜੇ ਇਹ ਬੰਦੇ ਨੂੰ ਇੰਨਾ ਖੂਬਸੂਰਤ ਇਨਸਾਨ ਨੂੰ ਬਣਾਇਆ, ਇਹਨੂੰ ਇੰਨੇ ਗੁਣ ਦਿੱਤੇ ਨੇ, ਅਕਲ ਦਿੱਤੀ, ਮਤ ਦਿੱਤੀ, ਬੁੱਧ ਦਿੱਤੀ, ਮੈਂ ਇਹਦੇ ਵਿੱਚ ਹੀ ਵੜ ਕੇ ਬੈਠ ਜਾਣਾ। ਕਿਉਂਕਿ ਇਹਦੀ ਆਦਤ ਹੈ ਬਾਹਰ ਕੁਛ ਲੱਭਣ ਦੀ, ਇਹਦੀ ਆਦਤ ਹੈ ਦੂਰ ਦੂਰ ਜਾ ਕੇ ਕੁਛ ਲੱਭਣ ਦੀ। ਇਹਦੀਆਂ ਅੱਖਾਂ ਦੂਰ ਤੱਕ ਦਾ ਨਿਗਾਹ ਮਾਰ ਕੇ ਵੇਖਦੀਆਂ, ਆਪਣੇ ਆਪ ਨੂੰ ਨਹੀਂ ਵੇਖਦੀਆਂ, ਆਪਣੇ ਅੰਦਰ ਨਹੀਂ ਵੇਖਦੀਆਂ। ਮੈਂ ਤੇ ਅੰਦਰ ਬੈਠ ਜਾਣਾ, ਬਾਹਰ ਲੱਭਦਾ ਫਿਰਦਾ ਫਿਰੀ ਜਾਊ। ਇਹਨੇ ਮੈਨੂੰ ਤੀਰਥਾਂ ਤੇ ਲੱਭਣਾ, ਇਹਨੇ ਮੈਨੂੰ ਜੰਗਲਾਂ 'ਚ ਲੱਭਣਾ, ਇਹਨੇ ਮੈਨੂੰ ਪਹਾੜਾਂ 'ਚ ਲੱਭਣਾ, ਇਹਨੇ ਮੈਨੂੰ ਦੂਰ ਦਰਾਡੇ ਬੜੇ ਤਰੀਕਿਆਂ ਨਾਲ ਲੱਭਣਾ। ਪਰ ਮੈਂ ਬੈਠਾ ਤਾਂ ਇਹਦੇ ਅੰਦਰ ਹੀ ਹੋਵਾਂਗਾ। ਇਹਨੇ ਅੰਦਰ ਵੇਖਣਾ ਨਹੀਂ ਤੇ ਮੈਂ ਮਿਲਣਾ ਨਹੀਂ, ਮੈਂ ਆਪਣਾ ਸ਼ਾਂਤੀ ਨਾਲ ਬੈਠਾ ਰਹਾਂਗਾ। ਹੋਇਆ ਵੀ ਇਸੇ ਤਰ੍ਹਾਂ। ਇਨਸਾਨ ਨੇ ਅੱਜ ਜਿੰਨੇ ਯਤਨ ਪਰਮਾਤਮਾ ਨੂੰ ਬਾਹਰ ਲੱਭਣ ਦੇ ਕੀਤੇ, ਜਿੰਨੇ ਯਤਨ ਪਰਮਾਤਮਾ ਨੂੰ ਦੂਰ ਦੂਰ ਜਾ ਕੇ ਲੱਭਣ ਦੇ ਕੀਤੇ, ਜਿੰਨਾ ਬਾਹਰੀ ਤੌਰ ਤੇ ਅੱਖਾਂ ਖੋਲ ਕੇ ਪਰਮਾਤਮਾ ਨੂੰ ਵੇਖਣ ਦਾ ਯਤਨ ਕੀਤਾ, 1% 1 ਤੋਂ 0%, 0.1% ਵੀ ਯਤਨ ਇਹਨੇ ਅੰਦਰ ਵੇਖਣ ਦਾ ਨਹੀਂ ਕੀਤਾ। ਅੱਖਾਂ ਬੰਦ ਕਰਕੇ ਕਦੇ ਆਪਣੇ ਆਪ ਨੂੰ ਜਾਣਨ ਦਾ ਯਤਨ ਨਹੀਂ ਕੀਤਾ ਕਿ ਪਰਮਾਤਮਾ ਤਾਂ ਅੰਦਰ ਹੀ ਬੈਠਾ ਹੈ। ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ ਜਿਹੜੇ ਪਰਮਾਤਮਾ ਨੇ ਬਣਾਇਆ, ਜਿਹਨੂੰ ਮੈਂ ਰੋਜ਼ ਲੱਭਦਾ, ਥਾਂ ਥਾਂ ਜਾ ਕੇ ਲੱਭਦਾ। ਜਾਂ ਮੇਰੇ ਮਨ ਵਿੱਚ
ਭਾਵਨਾਵਾਂ ਬਣ ਗਈਆਂ ਰੱਬ ਗੁਰਦੁਆਰੇ 'ਚ ਹੈ, ਰੱਬ ਮੰਦਿਰ 'ਚ ਹੈ, ਰੱਬ ਮਸਜਿਦ 'ਚ ਹੈ, ਰੱਬ ਚਰਚ 'ਚ ਹੈ, ਉਹ ਤਾਂ ਹਰ ਵੇਲੇ ਮੇਰੇ ਅੰਦਰ ਬੈਠਾ, ਮੈਨੂੰ ਅੰਦਰ ਬੈਠਾ ਕਿਉਂ ਨਹੀਂ ਦਿਸ ਰਿਹਾ? ਇਸ ਗੱਲ ਦੀ ਜਿਹਨੂੰ ਸਮਝ ਆ ਜਾਂਦੀ ਹੈ ਉਹ ਫਿਰ ਨਾਨਕ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਉਹ ਤਾਂ ਅੰਦਰ ਹੀ ਆ। ਅੰਮ੍ਰਿਤ ਦੇ ਜਿਹੜੇ ਪਰਮਾਤਮਾ ਨੇ ਸਾਗਰ ਸਮੁੰਦਰ ਚਸ਼ਮੇ ਵਗਾਏ ਹੋਏ ਨੇ, ਅੰਦਰ ਹੀ ਇਹ ਸ਼ਬਦ ਹੈ ਕਾਢ ਪੀਵੇ ਪਨਹਾਰੀ, ਉਹ ਸ਼ਬਦ ਦੇ ਰਾਹੀਂ ਇਸ ਅੰਦਰ ਖੂਹਟਾ ਅੰਮ੍ਰਿਤ ਭਰਿਆ, ਅੰਦਰ ਜਿਹੜਾ ਰੱਬ ਦੇ ਗੁਣਾਂ ਦਾ ਅੰਮ੍ਰਿਤ ਨਾਮ ਦਾ ਖੂਹ ਭਰਿਆ, ਉਹ ਸ਼ਬਦ ਦੇ ਰਾਹੀਂ ਉਹਨੂੰ ਹਰ ਰੋਜ਼ ਅੰਮ੍ਰਿਤ ਨੂੰ ਛਕਦੇ ਨੇ, ਅੰਦਰ ਵਸਾਉਂਦੇ ਨੇ, ਆਪਣੇ ਨੇਤਰਾਂ ਵਿੱਚ ਕਦੇ ਟਿਕਾਉਂਦੇ ਆ, ਕਦੇ ਦਸਮ ਦੁਆਰ ਤੇ ਲਿਜਾਂਦੇ ਆ, ਉਹ ਅੰਦਰ ਆਤਮੇ ਆਨੰਦ ਮਾਣ ਰਹੇ ਆ। ਉਹ ਭਾਵੇਂ ਘਰ 'ਚ ਬੈਠੇ ਹੋਣ, ਭਾਵੇਂ ਕਿਸੇ ਕੱਖਾਂ ਦੀ ਕੁੱਲੀ 'ਚ ਬੈਠੇ ਹੋਣ, ਭਾਵੇਂ ਉਹਨਾਂ ਕੋਲੇ ਕੁਝ ਵੀ ਨਾ ਹੋਵੇ, ਪਰ ਅੰਦਰ ਪਰਮਾਤਮਾ ਦੇ ਦਰਸ਼ਨ ਕਰਕੇ, ਅੰਦਰੋਂ ਪਰਮਾਤਮਾ ਨੂੰ ਮਿਲ ਕੇ ਹਰ ਵੇਲੇ ਉਹ ਪਰਮਾਤਮਾ ਦੇ ਧੰਨਵਾਦ ਵਿੱਚ ਜੁੜੇ ਰਹਿੰਦੇ। ਇਨਸਾਨ ਨੂੰ ਸਾਰੀ ਉਮਰ ਇਸ ਗੱਲ ਦੀ ਸਮਝ ਨਹੀਂ ਆਈ ਪਰਮਾਤਮਾ ਕਿੱਥੇ ਹੈ ਤੇ ਮਿਲਣਾ ਕਿਵੇਂ ਹੈ। ਗੁਰਮਤਿ ਨੇ ਬੜਾ ਸੌਖਾ ਰਸਤਾ ਦੱਸਿਆ, ਪਰ ਅਸੀਂ ਕਦੇ ਇਹਨੂੰ ਸਮਝਣ ਦੀ, ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ। ਜਿੰਨਾ ਅਸੀਂ ਬਾਣੀ ਨੂੰ ਪੜ੍ਹਦੇ ਹਾਂ, ਜੇ ਕਿਤੇ ਉਹਨੂੰ ਸਮਝਣ ਦਾ ਵੀ ਉਹਨਾਂ ਯਤਨ ਕਰ ਲਈਏ, ਜਿੰਨਾ ਅਸੀਂ ਬਾਣੀ ਨੂੰ ਸੁਣਦੇ ਹਾਂ, ਜੇ ਕਿਤੇ ਉਹਨਾਂ ਕਮਾਉਣ ਦਾ ਯਤਨ ਕਰ ਲਈਏ, ਜਿੰਨਾ ਅਸੀਂ ਬਾਣੀ ਬਾਰੇ ਗੱਲਾਂ ਕਰਦੇ ਹਾਂ, ਜੇ ਕਿਤੇ ਉਨੀਆਂ ਅਸੀਂ ਸਿੱਖਣ ਦੀ ਵੀ ਕੋਸ਼ਿਸ਼ ਕਰ ਲਈਏ, ਤੇ ਸਾਡੀ ਗੁਰੂ ਨਾਲ ਨੇੜਤਾ ਹੋ ਜਾਏ, ਤਾਂ ਸਾਡੀ ਗੁਰੂ ਨਾਲ ਨੇੜਤਾ ਹੋ ਸਕਦੀ ਹੈ। ਤਾਂ ਅੱਜ ਭੱਟ ਸਾਹਿਬਾਨ, ਭੱਟ ਸਾਹਿਬ ਜੀ ਦਾ ਇਹ ਬਹੁਤ ਪਿਆਰਾ ਬਚਨ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਇੱਕ ਵਿਲੱਖਣ ਤਸਵੀਰ ਖਿੱਚ ਰਹੇ ਆ। ਇੱਕ ਰਾਜੇ ਨਾਲ ਤੁਲਨਾ ਦੇ ਕੇ ਦੱਸ ਰਿਹਾ ਵੀ ਧੰਨ ਗੁਰੂ ਅਮਰਦਾਸ, ਰਾਜੇ ਤਾਂ ਦੁਨੀਆ ਤੇ ਬੜੇ ਹੋਏ, ਪਰ ਉਹਨਾਂ ਨੇ ਬਾਹਰਲੇ ਦੁਸ਼ਮਣਾਂ ਨੂੰ ਜਿੱਤਿਆ, ਕਿਸੇ ਨੂੰ ਮਾਰ ਕੇ ਜਿੱਤਿਆ, ਕਿਸੇ ਨੂੰ ਖਤਮ ਕਰਕੇ ਜਿੱਤਿਆ। ਉਹਨਾਂ ਰਾਜਿਆਂ ਨੂੰ ਤਖਤਾਂ ਤੇ ਪਹੁੰਚਣ ਵਾਸਤੇ ਆਪਣੇ ਪੈਰ ਖੂਨ ਦੇ ਵਿੱਚ ਲਵੇੜਨੇ ਪਏ, ਤਖਤ ਤੇ ਬੈਠਿਆਂ ਦੇ ਸਿਰ ਵੱਢਣੇ ਪਏ, ਫਿਰ ਕਿਤੇ ਜਾ ਕੇ ਉਹ ਤਖਤ ਹਾਸਲ ਹੋਇਆ। ਪਰ ਗੁਰੂ ਅਮਰਦਾਸ ਪਾਤਸ਼ਾਹ, ਤੁਸੀਂ ਉਸ ਜਿਹੜੇ ਰਾਜਯੋਗ ਤਖਤ ਤੇ ਬੈਠੇ ਹੋ, ਇਸ ਰਾਜਯੋਗ ਤਖਤ ਤੇ ਬੈਠਣ ਲਈ ਕਿਸੇ ਦਾ ਗਲ ਨਹੀਂ ਵੱਢਣਾ ਪਿਆ, ਕਿਸੇ ਦਾ ਸਿਰ ਨਹੀਂ ਵੱਢਣਾ ਪਿਆ, ਕਿਸੇ ਬਾਹਰਲੇ ਦੁਸ਼ਮਣ ਨੂੰ ਮਾਰਨਾ ਨਹੀਂ ਪਿਆ, ਕੋਈ ਪਾਪ, ਕੋਈ ਅਪਰਾਧ ਨਹੀਂ ਕਰਨਾ ਪਿਆ, ਸਿਰਫ ਅੰਦਰ ਬੈਠੇ 5 ਚੋਰਾਂ ਨਾਲ ਲੜਾਈ ਕੀਤੀ ਹੈ। ਉਹਦੇ ਲਈ ਵੱਖਰੇ ਤਰ੍ਹਾਂ ਦੇ ਪਰਮਾਤਮਾ ਨੇ ਤੁਹਾਨੂੰ ਸ਼ਸਤਰ ਦਿੱਤੇ, ਤੇ ਤੁਸੀਂ ਇਹ 5 ਵਿਕਾਰਾਂ ਤੋਂ ਜਿੱਤ ਹਾਸਲ ਕੀਤੀ, ਤੁਸੀਂ ਮਨ ਤੋਂ ਜਿੱਤ ਹਾਸਲ ਕੀਤੀ। ਫਿਰ ਜਿਹਨੇ ਮਨ ਜਿੱਤ ਲਿਆ, ਮਨ ਜਿੱਤੇ ਜਗ ਜੀਤ, ਉਹਨਾਂ ਲਈ ਸੰਸਾਰ ਜਿੱਤਿਆ ਜਾਂਦਾ ਜਿਹੜੇ ਮਨ ਦੇ ਫਤਿਹਯਾਬ ਹੋ ਜਾਣ। ਨਹੀਂ, ਸੰਸਾਰ ਜਿੱਤਣ ਵਾਲਿਆਂ ਤੋਂ ਮਨ ਨਹੀਂ ਜਿੱਤਿਆ ਜਾਂਦਾ। ਦੁਨੀਆ ਤੇ ਹੁਕਮ ਚਲਾਉਣ ਵਾਲਿਆਂ ਦਾ ਆਪਣੇ ਮਨ ਤੇ ਹੁਕਮ ਨਹੀਂ ਚੱਲਦਾ, ਰੰਗ ਦੇ ਵਰਗਿਆਂ ਦਾ ਵੀ ਨਹੀਂ ਚੱਲਿਆ। ਖੈਰ, ਅੱਜ ਸਤਿਗੁਰੂ ਪਾਤਸ਼ਾਹ ਦੇ ਬੜੇ ਪਿਆਰੇ ਬਚਨ ਨੇ, ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਭੱਟ ਸਾਹਿਬ ਸਹਿਬਾਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤਤ ਵਡਿਆਈ ਉਪਮਾ ਗਾਇਨ ਕਰ ਰਹੇ ਨੇ, ਕੀ ਪਾਵਨ ਪਵਿੱਤਰ ਉਪਦੇਸ਼ ਬਖਸ਼ ਰਹੇ ਨੇ, ਪਿਆਰ ਨਾਲ ਸਰਵਣ ਕਰੀਏ ਜੀ। ਪੈਰ ਸਮਾਦ ਸੁਨਾਹੋ, ਗਿਆਨ ਹੈ ਆਸਣ ਚੜਿਆ। ਜਦੋਂ ਕਿਸੇ ਸੂਰਮੇ ਯੋਧੇ ਮਹਾਬਲੀ ਨੇ ਮੈਦਾਨੇ ਜੰਗ ਵਿੱਚ ਜਾਣਾ ਹੋਵੇ, ਉਹ ਆਪਣੇ ਤਨ ਦੇ ਉੱਤੇ ਸੰਜੋਗ ਪਹਿਨਦਾ, ਜਿਹਨੂੰ ਲੋਹੇ ਦਾ, ਪੁਰਾਣੇ ਤੁਸੀਂ ਸੀਰੀਅਲਾਂ ਵਿੱਚ ਦੇਖਿਆ ਹੋਵੇ, ਨਾਟਕਾਂ 'ਚ ਵੇਖਿਆ ਹੋਵੇ, ਤਾਂ ਲੋਹੇ ਦੀ ਇੱਕ ਜੈਕਟ ਕਹਿ ਲਓ, ਅੱਜ ਦੇ ਜ਼ਮਾਨੇ 'ਚ ਬੁਲਟ ਪ੍ਰੂਫ ਕਹਿ ਸਕਦੇ ਆ, ਸੰਜੋਗ ਪਹਿਨੀ ਜਾਂਦੀ ਹੈ, ਸਿਰ ਤੋਂ ਲੈ ਕੇ ਪੂਰੀ ਬਾਡੀ ਨੂੰ ਕਵਰ ਕੀਤਾ ਜਾਂਦਾ ਹੈ। ਤੇ ਫਿਰ ਉਹਦੇ ਲਈ ਇੱਕ ਘੋੜਾ, ਚੰਗਾ ਘੋੜਾ ਸਵਾਰੀ ਹੋਵੇ, ਜਿਹਦੇ ਉੱਤੇ ਉਹਨੇ ਚੜ੍ਹ ਕੇ ਜਾਣਾ। ਉਹਦੇ ਹੱਥ 'ਚ ਨੇਜਾ ਹੁੰਦਾ, ਵਰਸ਼ਾ ਹੁੰਦਾ, ਤਲਵਾਰ ਹੁੰਦੀ ਹੈ, ਤੀਰ ਕਮਾਨ ਹੁੰਦਾ। ਇਹੋ ਜਿਹੇ ਹਥਿਆਰ ਲੈ ਕੇ ਉਹ ਮੈਦਾਨੇ ਜੰਗ ਵਿੱਚ ਉਤਰਦਾ। ਧੰਨ ਗੁਰੂ ਅਮਰਦਾਸ ਨੇ 5 ਵਿਕਾਰਾਂ ਨਾਲ ਲੜਨਾ ਹੈ, ਇਹਨਾਂ 5 ਵਿਕਾਰਾਂ ਤੋਂ ਫਤਿਹਯਾਬ ਹੋ ਕੇ ਰਾਜੇ ਬਣਨਾ ਹੈ। ਤੇ ਮਹਾਰਾਜ ਸਾਹਿਬ ਨੇ ਸੰਜੋਗ ਆਦਿ ਪਹਿਨੀਆਂ। ਪਹਿਰ ਸਮਾਦ ਸਨਾਹਾ, ਸਨਾਹ ਦੇ ਅਰਥ ਹੁੰਦੇ ਨੇ ਸੰਜੋਗ। ਮਹਾਰਾਜ ਨੇ ਪਰਮਾਤਮਾ ਦੀ ਸਮਾਧੀ ਰੂਪ ਸੰਜੋਗ ਪਹਿਨੀ ਹੈ, ਅਕਾਲ ਪੁਰਖ ਦੀ ਸਮਾਧੀ ਰੂਪ ਉਹਨਾਂ ਸੰਜੋਗ ਪਹਿਨੀ। ਗਿਆਨ ਹੈ ਆਸਣ ਚੜਿਓ, ਉਹਨਾਂ ਨੇ ਸ਼ਬਦ ਰੂਪੀ ਪਰਮਾਤਮਾ ਦੇ ਦਿੱਤੇ ਹੋਏ ਵਿਵੇਕ ਗਿਆਨ ਦੇ ਘੋੜੇ ਉੱਤੇ ਆਪਣਾ ਆਸਣ ਟਿਕਾਇਆ ਹੈ, ਗਿਆਨ ਦੇ ਘੋੜੇ ਉੱਤੇ ਸਵਾਰੀ ਕੀਤੀ ਹੈ। ਧਰਮ ਤਨਕ ਕਰ ਗਹਿਓ, ਭਗਤ ਸਿਲਹਿ ਸਰ ਲੜਿਓ। ਧਰਮ ਦੇ ਅਰਥ ਨੇ ਧਰਮ, ਤਨਕ ਦੇ ਅਰਥ ਹੁੰਦੇ ਨੇ ਤੀਰ ਕਮਾਨ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਧਰਮ ਦਾ ਬੋਲੀ ਹੈ, ਸੱਚ, ਧਰਮ ਝੂਠ ਨਾ ਬੋਲੀ ਹੈ। ਜਿਹੜਾ ਇਹ ਧਰਮ ਦੀ ਪਰਿਭਾਸ਼ਾ ਹੈ ਨਾ, ਧਰਮ ਦੇ ਅਰਥ ਨੇ ਕਿ
ਇੱਕੋ ਪਰਮਾਤਮਾ ਦੇ ਨਾਮ ਨੂੰ ਜਪਣਾ, ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਉਸਤਤ ਵਿੱਚ ਜੁੜੇ ਰਹਿਣਾ, ਹਰ ਵੇਲੇ ਉਸ ਪਰਮਾਤਮਾ ਨੂੰ ਜ਼ਿਹਨ ਵਿੱਚ ਰੱਖਣਾ, ਇਹੀ ਉਹ ਸੱਚੇ ਧਰਮੀ ਦੀ ਨਿਸ਼ਾਨੀ ਹੁੰਦੀ ਹੈ। ਤੇ ਮਹਾਰਾਜ ਸਾਹਿਬ ਹਰ ਵੇਲੇ ਪਰਮਾਤਮਾ ਦੇ ਸ਼ੁਕਰਾਨੇ ਵਿੱਚ ਜੁੜ ਕੇ ਇੱਕ ਧਰਮ ਹੋਣ ਦਾ ਸਬੂਤ ਦੇ ਰਹੇ ਨੇ। ਮਹਾਰਾਜ ਕੋਲੇ ਧਰਮ ਰੂਪੀ ਧਨੁਖ ਤੀਰ ਕਮਾਨ ਹੈ। ਤੇ ਅਗਲੇ ਬਚਨ ਨੇ ਭਗਤ ਸੀਲ ਸਭ ਲੜਿਓ। ਭਗਤਾਂ ਦਾ ਜਿਹੜਾ ਸੀਤਲ ਸੁਭਾਅ, ਨਿਮਰਤਾ ਵਾਲਾ, ਹਲੀਮੀ ਵਾਲਾ ਸੁਭਾਅ ਹੁੰਦਾ, ਰੱਬ ਦੇ ਧੰਨਵਾਦ ਵਾਲਾ ਸੁਭਾਅ ਹੁੰਦਾ, ਉਹਦੇ ਸ਼ੁਕਰਾਨੇ ਵਾਲਾ ਸੁਭਾਅ ਹੁੰਦਾ। ਤੇ ਉਹ ਸੁਭਾਅ ਨੂੰ ਲੈ ਕੇ, ਭਗਤਾਂ ਵਾਲੇ ਗੁਣਾਂ ਨੂੰ ਲੈ ਕੇ, ਧਰਮ ਦਾ ਤਨਖ ਤੀਰ ਕਮਾਨ ਲੈ ਕੇ ਸਤਿਗੁਰੂ ਇਹਨਾਂ ਦੁਸ਼ਮਣਾਂ ਤੇ ਫਤਿਹ ਜਾਬ ਹੋਣ ਲਈ ਜਾ ਰਹੇ ਹਨ। ਹੈ ਨਿਰਭਉ ਹਰ ਅਟਲ ਮਨ, ਸ਼ਬਦ ਗੁਰ ਨਿਜਾ ਗੰਢਿਆ। ਭੈ ਨਿਰਭੈ ਨਿਰਭਉ, ਦੋ ਸ਼ਬਦ ਬੜੇ ਕਮਾਲ ਦੇ ਆ। ਭੈ ਦਾ ਅਰਥ ਹੁੰਦਾ ਡਰ, ਨਿਰਭਉ ਦਾ ਅਰਥ ਜਿਹਨੂੰ ਡਰ ਨਾ ਹੋਵੇ। ਧੰਨ ਗੁਰੂ ਅਮਰਦਾਸ ਨੇ ਨਿਰਭਉ ਦੀ ਉਸਤਤ ਕੀਤੀ, ਨਿਰਭਉ ਨੂੰ ਜਪਿਆ, ਨਿਰਭਉ ਦੇ ਗੁਣ ਗਾਏ ਤੇ ਭੈ ਰਹਿਤ ਹੋ ਗਏ। ਨਿਰਭਉ ਜਪੈ ਸਗਲ ਭਉ ਮਿਟੈ। ਅੱਜ ਪੜ੍ਹਦੇ ਤਾਂ ਆਪਾਂ ਵੀ ਬਹੁਤਾਂ ਵੀ ਨਿਰਭਉ ਜਪੈ ਸਗਲ ਭਉ ਮਿਟੈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭੁਖ ਸਭ ਗਵਾਸੀ। ਜਿਨ੍ਹਾਂ ਨੇ ਨਿਰਭਉ ਨੂੰ ਜਪਿਆ ਸਾਰੇ ਭੈ ਖਤਮ ਹੋ ਗਏ। ਪਰ ਅਸੀਂ ਨਿੱਕੇ ਨਿੱਕੇ ਗੱਲਾਂ ਤੋਂ ਕਈ ਵਾਰ ਡਰ ਵੀ ਜਾਂਦੇ ਹਾਂ। ਬਿੱਲੀ ਰਸਤਾ ਕੱਟ ਕੇ ਡਰ ਗਏ, ਤੁਰਨ ਲੱਗਿਆ ਕਿਸੇ ਨੇ ਛਿੱਕ ਮਾਰ ਦਿੱਤੀ ਡਰ ਗਏ, ਤੁਰਨ ਲੱਗਿਆ ਗਧਾ ਹਿਣਕ ਪਿਆ ਡਰ ਗਏ। ਨਿੱਕੀਆਂ ਨਿੱਕੀਆਂ ਗੱਲਾਂ ਸਾਨੂੰ ਡਰਾ ਜਾਂਦੀਆਂ ਨੇ। ਤੇ ਪਾਠ ਅਸੀਂ ਨਿਰਭਉ ਦਾ ਕਰਦੇ ਆ। ਜਿਹੜੇ ਨਿਰਭਉ ਨਾਲ ਜੁੜੇ ਹੋਣ, ਨਿਰਭਉ ਨੂੰ ਜਪਦੇ ਹੋਣ, ਨਿਰਭਉ ਨੂੰ ਕਮਾਉਂਦੇ ਹੋਣ, ਧਿਆਉਂਦੇ ਹੋਣ, ਉਹ ਭਾਈ ਡਰਦੇ ਨਹੀਂ। ਅਸੀਂ ਤਾਂ ਇੰਨਾ ਡਰ ਗਏ ਜਿਹੜੇ ਕਰਮ ਸਾਡੇ ਕਰਨ ਵਾਲੇ ਨਹੀਂ, ਅਸੀਂ ਲੋਕਾਂ ਨੂੰ ਵੇਖ ਵੇਖ ਕੇ ਉਹ ਵੀ ਕਰਨ ਲੱਗ ਪਏ। ਹੁਣ ਸ਼ਰਾਧ ਚੱਲਦੇ ਨੇ, ਸ਼ਰਾਧ ਸਾਡਾ ਕਰਮ ਥੋੜੀ ਸੀ ਕੋਈ। ਲਾਹੌਰ ਦੇ ਧਰਤੀ ਤੇ ਧੰਨ ਗੁਰੂ ਨਾਨਕ ਸਾਹਿਬ ਗਏ, ਇੱਕ ਘਰ ਵਿੱਚ ਬੜੀ ਚਹਿਲ ਪਹਿਲ, ਬੜੇ ਲੋਕਾਂ ਦੀ ਆਮਦ, ਬੜਾ ਕੁਛ ਉੱਤੇ ਤਾਮ ਜਾਮ, ਲੰਗਰ ਮਠਿਆਈਆਂ ਪਕਵਾਨ ਬੜਾ ਕੁਛ ਬਣ ਰਿਹਾ। ਪੰਡਤ ਬ੍ਰਾਹਮਣ ਲੋਕ ਪਹੁੰਚੇ ਹੋਏ ਨੇ। ਗੁਰੂ ਨਾਨਕ ਸਾਹਿਬ ਨੇ ਪੁੱਛਿਆ, ਭਾਈ ਮਰਦਾਨਾ ਇਸ ਘਰ ਵਿੱਚ ਬੜੀ ਚਹਿਲ ਪਹਿਲ ਹੈ, ਕਿਹਦਾ ਘਰ ਹੈ ਤੇ ਘਰ ਵਿੱਚ ਪ੍ਰੋਗਰਾਮ ਕੀ? ਕਿਸੇ ਸਿਆਣੇ ਬੰਦੇ ਨੂੰ ਪੁੱਛਿਆ, ਕਹਿੰਦੇ ਜੀ ਇਹ ਦੁਨੀ ਚੰਦ ਸੇਠ ਦਾ ਘਰ ਹੈ, ਕਈ ਸਾਲ ਹੋ ਗਏ ਦਾ ਪਿਤਾ ਚੜ੍ਹਾਈ ਕਰ ਗਿਆ, ਆਪਣੇ ਪਿਤਾ ਦਾ ਸ਼ਰਾਧ ਕਰ ਰਿਹਾ। ਸ਼ਰਾਧ ਦੇ ਅਰਥ ਨੇ ਵੀ ਜਿਹੜਾ ਸ਼ਰਧਾ ਨਾਲ ਕੀਤਾ ਹੋਇਆ ਕੰਮ, ਇਹ ਆਪਣੇ ਪਿਤਾ ਦਾ ਸ਼ਰਾਧ ਕਰ ਰਿਹਾ ਤਾਂ ਇਹਨੇ ਇੰਨਾ ਤਾਮਝਾਮ ਕੀਤਾ ਹੋਇਆ। ਤਾਂ ਕਿਉਂਕਿ ਗਰੁੜ ਇਹ ਸਾਡੀ ਰਹਿਤ ਮਰਿਆਦਾ ਚ ਇਹੋ ਜਿਹਾ ਕੁਛ ਨਹੀਂ। ਮਹੀਨਾ ਕਰਨਾ, ਪੌਣੇ ਸਾਲ ਦੇ ਭੋਗ ਪਾਉਣਾ, ਇਹੋ ਜਿਹਾ ਕੁਛ ਨਹੀਂ। ਇਹ ਗਰੁੜ ਪੁਰਾਣ ਚ ਲਿਖਿਆ ਹੋਇਆ ਵੀ ਜਦੋਂ ਕੋਈ ਬੰਦਾ ਚੜ੍ਹਾਈ ਕਰ ਜਾਏ, ਉਹਦੀ ਜਿਹੜੀ ਆਤਮਾ 13 ਮਹੀਨਿਆਂ ਤੱਕ ਇੱਕ ਵਿਸ਼ੇਸ਼ ਥਾਂ ਤੇ ਜਾਂਦੀ ਹੈ। ਤੇ 13 ਮਹੀਨਿਆਂ ਦੇ ਵਿੱਚ ਤੁਸੀਂ ਜੋ ਵੀ ਆਪਣੇ ਪਿਤਰਾਂ ਨੂੰ ਦੇਣਾ, ਉਸ ਵੇਲੇ ਪੁਜਾਰੀ ਵਿਪਰਵਾਦੀ ਸੋਚ ਕਹਿੰਦੀ ਹੈ ਸਾਨੂੰ ਦੇ ਦਿਓ, 13 ਮਹੀਨਿਆਂ ਵਿੱਚ ਅਸੀਂ ਸਭ ਕੁਝ ਤੁਹਾਡੇ ਪਿਤਰਾਂ ਨੂੰ ਪਹੁੰਚਾ ਦਿਆਂਗੇ। 13 ਮਹੀਨਿਆਂ ਬਾਅਦ ਫਿਰ ਤੈਅ ਹੋਣਾ ਉਹਨੇ ਨਰਕ 'ਚ ਜਾਣਾ ਜਾਂ ਸਵਰਗ 'ਚ ਜਾਣਾ। ਫਿਰ ਉਹਨੂੰ ਚੰਗੇ ਕਰਮ ਹੋਣਗੇ ਸਵਰਗ ਦੀ ਫਲੈਟ ਮਿਲ ਜਾਣੀ ਹੈ, ਜੇ ਮਾੜੇ ਹੋਏ ਤਾਂ ਨਰਕਾਂ ਦੀ ਫਲੈਟ ਮਿਲ ਜਾਏਗੀ। 13 ਮਹੀਨੇ ਉਹਨੇ ਇੱਕ ਜਗ੍ਹਾ ਤੇ ਰਹਿਣਾ। 13 ਮਹੀਨੇ ਉਹ ਅੱਗੇ ਧਰਮਰਾਜ ਕੋਲ ਨਹੀਂ ਜਾਂਦਾ, ਕੋਈ ਲੇਖਾ ਜੋਖਾ ਨਹੀਂ। ਤਾਂ ਧੰਨ ਗੁਰੂ ਨਾਨਕ ਸਾਹਿਬ ਦਾ ਸਮਝਾਉਣ ਦਾ ਤਰੀਕਾ ਸੀ। ਮਹਾਰਾਜ ਕਹਿੰਦੇ ਅੱਛਾ ਇਹ ਸ਼ਰਾਧ ਭਾਈ ਕਾਹਦੇ ਲਈ ਕੀਤਾ ਜਾਂਦਾ, ਇਹ ਸ਼ਰਾਧਾਂ ਵਿੱਚ ਹੁੰਦਾ ਕੀ ਆ, ਕੀ ਲੋਕ ਕਰਦੇ ਆ? ਕਹਿੰਦੇ ਜੀ ਇਸ ਖਾਸ ਸਮੇਂ ਦੇ ਉੱਤੇ ਬ੍ਰਾਹਮਣ ਨੂੰ, ਪੰਡਤ ਨੂੰ, ਪੁਜਾਰੀ ਨੂੰ ਸੱਦਿਆ ਜਾਂਦਾ ਹੈ ਤੇ ਜੋ ਕੁਝ ਸਾਡੇ ਬਜ਼ੁਰਗਾਂ ਦੀਆਂ ਇੱਛਾਵਾਂ ਹੁੰਦੀਆਂ, ਚੰਗੇ ਕੱਪੜੇ ਪਾਉਣੇ, ਚੰਗੇ ਪਕਵਾਨ, ਖਾਣਾ ਪੀਣਾ, ਪੈਸਾ ਟਕਾ ਜੋ ਵੀ ਹੈ, ਉਹ ਸਾਰਾ ਕੁਝ ਫਿਰ ਵਿਪਰ ਨੂੰ, ਉਸ ਪੰਡਤ ਨੂੰ ਦਿੱਤਾ ਜਾਂਦਾ। ਉਹਦੇ ਰਾਹੀਂ ਉਹ ਕਹਿੰਦਾ ਕਿ ਤੁਹਾਡੇ ਪਿਤਰਾਂ ਨੂੰ ਪਹੁੰਚ ਜਾਂਦਾ। ਤੇ ਕਈ ਧਰਮਾਂ ਵਿੱਚ ਜਦੋਂ ਮਿਰਤਕ ਪ੍ਰਾਣੀ ਚੜ੍ਹਾਈ ਕਰਦਾ ਨਾ, ਹੁਣ ਤਾਂ ਚਲੋ ਮੈਂ ਵਾਰ-ਵਾਰ ਬੇਨਤੀ ਕਰਦਾ, ਅਸੀਂ ਨਕਲ ਬੜੀ ਛੇਤੀ ਕਰਦੇ ਹਾਂ। ਮਿਰਤਕ ਪ੍ਰਾਣੀ ਦੇ ਕੋਲ ਕਾਨਾ ਰੱਖਿਆ ਜਾਂਦਾ। ਕਾਨਾ ਸਾਡੀ ਪਰੰਪਰਾ ਥੋੜੀ ਹੈ। ਇਸਲਾਮ ਧਰਮ ਵਿੱਚ ਉਹ ਕਾਨਾ ਲਾਸ਼ ਦੇ ਨਾਲ ਰੱਖਿਆ ਜਾਂਦਾ, ਕਿਉਂਕਿ ਉਹਨੂੰ ਮਿਣ ਕੇ ਕਬਰ ਪੁੱਟਣੀ ਉਹਨਾਂ ਨੇ। ਮਿਰਤਕ ਪ੍ਰਾਣੀ ਕੋਲ ਦੀਵਾ ਜਗਾ, ਪੁੱਛਿਆ ਵੀ ਇਹ ਦੀਵਾ ਕਿਉਂ? ਉਹ ਕਹਿੰਦੇ ਜੀ ਇਹਦੀ ਆਤਮਾ ਨੇ ਅੱਗੇ ਸਫ਼ਰ ਕਰਨਾ, ਦੀਵਾ ਨੂੰ ਚਾਨਣ ਕਰਦਾ ਰਹੇਗਾ। ਫਿਰ ਇੱਕ ਕੋਈ ਮਜ਼ਾਕੀਆ ਸੀ, ਉਹ ਕਹਿੰਦਾ ਜੀ ਅੱਗੇ ਪਤਾ ਨਹੀਂ ਕਿੰਨਾ ਕੁ ਹਨੇਰਾ, ਤੁਸੀਂ ਵੱਡੀ ਸਰਚ ਲਾਈਟ ਲਾਓ, ਕਿਤੇ ਬਾਬੂ ਵਿਚਾਰਾ ਹਨੇਰੇ 'ਚ ਹੀ ਨਾ ਟੱਕਰਾਂ ਮਾਰੀ ਜਾਵੇ। ਵੱਡੀ ਸਰਚ ਲਾਈਟ ਦੀਵੇ ਨੇ ਕੀ ਤਾਂ ਤੇਲ ਮੁੱਕ ਗਿਆ, ਬਹੁਤ ਜਾਣਾ, ਬਾਬੂ ਕਿੱਧਰ ਜਾਏਗਾ? ਪਰ ਇਹ ਕਰਮ ਅਸੀਂ ਵੀ ਸ਼ੁਰੂ ਕੀਤੇ। ਜੇ ਕਿਤੇ ਆਸਾ ਕੀ ਵਾਰ ਪੜੀ ਹੁੰਦੀ, ਸਾਨੂੰ ਪਤਾ ਹੁੰਦਾ ਇਹ ਫੋਕਟ ਨਿਸ਼ਚੋ ਕਰਮ, ਇਹ ਸਾਰੇ ਫੋਕਟ ਕਰਮ ਨੇ ਜਿਹੜੇ ਅਸੀਂ ਕਰ ਰਹੇ ਹਾਂ। ਮਹਾਰਾਜ ਕਹਿੰਦੇ ਦੁਨੀ ਚੰਦ ਸੇਠ ਨੂੰ ਬੁਲਾਓ, ਉਹਨੇ ਇੰਨਾ ਕੁਛ ਪਿਤਰਾਂ ਨੂੰ ਭੇਜਣਾ, ਚੰਗੇ ਕੱਪੜੇ ਭੇਜਣੇ ਆ, ਚੰਗੀ ਖੁਰਾਕ ਪੁਸ਼ਾਕ ਭੇਜਣੀ ਹੈ, ਮਠਿਆਈਆਂ ਭੇਜਣੀਆਂ ਨੇ।
ਤੇ ਆ ਨਿੱਕੀ ਜੀ ਸੂਈ ਦੁਨੀ ਚੰਦ ਇਹ ਵੀ ਪੰਡਤ ਜੀ ਨੂੰ ਕਹਿ ਦਿਓ ਤੁਹਾਡੇ ਬਾਪ ਕੋਲ ਉੱਥੇ ਪਹੁੰਚਾ ਦੇ, ਮੈਂ ਵੀ ਥੋੜੀ ਦੇਰ ਚਲਿਆ ਜਾਣਾ, ਤੁਹਾਡੇ ਪਿਤਰਾਂ ਤੋਂ ਲੈ ਲਾਂਗਾ। ਦੁਨੀ ਚੰਦ ਕਹਿੰਦਾ ਜੀ ਕੋਈ ਗੱਲ ਨਹੀਂ। ਆਪਾਂ ਕਹਿੰਦੇ ਆ ਕਿ ਉਹਨਾਂ ਨੇ ਪੰਡਤ ਜੀ ਨੂੰ ਕੋਲ ਬੁਲਾ ਕੇ ਕਿਹਾ, ਕਹਿੰਦੇ ਪੰਡਤ ਜੀ ਕੋਈ ਮਹਾਤਮਾ ਆਏ ਸੀ, ਆ ਸੂਈ ਫੜਾ ਕੇ ਗਏ ਹੈ, ਤੁਸੀਂ ਇੰਨਾ ਕੁਛ ਪਿਤਰਾਂ ਤੱਕ ਪਹੁੰਚਾਉਣਾ, ਆ ਸੂਈ ਵੀ ਪਹੁੰਚਾ ਦਿਓ, ਉਹ ਅੱਗੇ ਜਾ ਕੇ ਲੈ ਲੈਣਗੇ। ਪੰਡਤ ਜੀ ਹੁਣ ਕੀ ਜਵਾਬ ਦੇਣਾ? ਕਹਿੰਦੇ ਨਾ ਨਾ ਜੀ ਏਡੀਆਂ ਛੋਟੀਆਂ ਚੀਜ਼ਾਂ ਨਹੀਂ ਉੱਥੇ ਜਾਂਦੀਆਂ, ਉੱਥੇ ਕੋਈ ਕੱਪੜੇ ਨਹੀਂ ਪਾਉਂਦਾ, ਕੋਈ ਕੱਪੜੇ ਪਾਉਂਦਾ ਨਹੀਂ ਤੇ ਕੱਪੜੇ ਫਟਣੇ ਕਿੱਥੋਂ, ਫਿਰ ਸੂਈ ਦੀ ਕੀ ਲੋੜ? ਕੱਪੜੇ ਫਟਣ ਦਾ ਸੂਈ ਦਾ ਕੰਮ ਹੈ ਨਾ, ਵੀ ਉੱਥੇ ਗੰਢੇ ਕੱਪੜਿਆਂ ਨੂੰ ਸੀਵੇ ਤੇ ਉੱਥੇ ਕੱਪੜਾ ਫਟਣਾ ਕੋਈ ਨਹੀਂ। ਤੇ ਮੈਂ ਵੀ ਬੇਨਤੀ ਕਰਾਂ, ਜਿਹੜੇ ਇਹ ਪਕਵਾਨ ਛਕਾਏ ਜਾਂਦੇ ਆ ਵੀ ਪਿਤਰਾਂ ਨੂੰ ਜਾ ਰਹੇ ਆ, ਇਹ ਸਾਰੀਆਂ ਤਨ ਦੀਆਂ ਖੁਰਾਕਾਂ ਨੇ, ਆਤਮਾ ਦੀ ਇਹ ਕੋਈ ਖੁਰਾਕ ਨਹੀਂ। ਆਤਮਾ ਨੂੰ ਕੋਈ ਭੁੱਖ ਨਹੀਂ, ਆਤਮਾ ਨੂੰ ਕੇਵਲ ਇੱਕੋ ਹੀ ਭੁੱਖ ਹੈ ਪਰਮਾਤਮਾ ਨੂੰ ਮਿਲਣ ਦੀ। ਕੱਪੜੇ ਉਹਨੂੰ ਨਹੀਂ ਚਾਹੀਦੇ, ਖੁਰਾਕ ਉਹਨੂੰ ਨਹੀਂ ਚਾਹੀਦੀ, ਕੋਈ ਠੰਡ ਸਰਦੀ ਗਰਮੀ ਦਾ ਕੋਈ ਅਸਰ ਨਹੀਂ ਆਤਮਾ ਤੇ, ਇਹ ਤਾਂ ਸਿਰਫ ਉਹਨੂੰ ਪਰਮਾਤਮਾ ਦੀ ਮਿਲਣ ਦੀ ਭੁੱਖ ਹੈ, ਹੋਰ ਕੋਈ ਨਹੀਂ। ਪੰਡਤ ਜੀ ਕਹਿੰਦੇ ਵੀ ਨਹੀਂ ਨਹੀਂ ਇਹ ਛੋਟੀਆਂ ਚੀਜ਼ਾਂ ਨਹੀਂ ਜਾਣੀਆਂ। ਤੇ ਦੁਨੀ ਚੰਦ ਸੇਠ ਨੇ ਆਪਣੀ ਘਰਵਾਲੀ ਨੂੰ ਦੱਸਿਆ ਵੀ ਮਹਾਤਮਾ ਦੇ ਕੇ ਗਏ ਆ, ਤੇ ਪੰਡਤ ਜੀ ਜਵਾਬ ਦੇ ਰਹੇ, ਉਹ ਕਹਿੰਦੀ ਵੀ ਇਹ ਸਾਧੂਆਂ ਦੀ ਇਮਾਨਤ ਕੋਲ ਨਹੀਂ ਰੱਖੀ ਦੀ, ਜੇ ਇਹ ਨਹੀਂ ਭੇਜਣ ਲੱਗੇ ਤੇ ਆਪਾਂ ਵਾਪਸ ਕਰ ਦਈਏ। ਗੁਰੂ ਨਾਨਕ ਸਾਹਿਬ ਬਾਦਸ਼ਾਹ ਕੋਲ ਗਏ, ਕਹਿੰਦੇ ਜੀ ਪੰਡਤ ਜੀ ਕਹਿ ਰਹੇ ਆ ਵੀ ਇੰਨੀਆਂ ਛੋਟੀਆਂ ਚੀਜ਼ਾਂ ਨੇ। ਮਹਾਰਾਜ ਕਹਿੰਦੇ ਕਮਾਲ ਦੀ ਗੱਲ ਹੈ, ਇੰਨੇ ਜ਼ਿਆਦਾ ਕੱਪੜੇ ਤੁਸੀਂ ਦੇਣੇ ਆ, ਉਹ ਚਲੇ ਜਾਣੇ ਆ, ਇੰਨੇ ਪਕਵਾਨ ਤਿਆਰ ਕੀਤੇ ਉਹ ਤੁਹਾਡੇ ਪਿਤਰਾਂ ਨੂੰ ਪਹੁੰਚ ਜਾਣੇ ਆ, ਪਰ ਸੂਈ ਕਿਉਂ ਨਹੀਂ? ਛੋਟੀ ਜਿਹੀ ਸੂਈ ਕਿਉਂ ਨਹੀਂ ਜਾਣੀ? ਕਹਿੰਦੇ ਜੀ ਤੁਸੀਂ ਪੰਡਤ ਜੀ ਨਾਲ ਗੱਲ ਕਰੋ। ਪੰਡਤ ਜੀ ਹੁਣ ਵਿਚਾਰੇ ਕੀ, ਉਹਨਾਂ ਸਭ ਆਪਣਾ ਕੱਪੜੇ ਆਪਣੇ ਘਰ ਚਲੇ ਜਾਣੇ ਆ। ਪੰਡਤ ਜੀ ਨੂੰ ਪਤਾ ਜੋ ਛਕਣਾ ਛਕਾਉਣਾ ਮੈਂ ਛਕ ਲਿਆ, ਕੱਪੜੇ ਪਰਿਵਾਰ ਦੇ ਕੰਮ, ਸੂਈ ਕਿਹਦੇ ਕੰਮ ਹੋਣੀ? ਸੂਈ ਤੋਂ ਮੈਂ ਕੀ ਕਰਾਉਣਾ? ਇੱਕ ਹਿੰਦੂ ਧਰਮ ਦੀ ਬੱਚੀ ਸੀ, ਉਹਨੇ ਇੱਕ ਤੇ ਆਸਾ ਕੀ ਵਾਰ ਦਾ ਪਾਠ ਟੀਕਾ ਉਹਦਾ ਪੜ ਲਿਆ। ਉਹਨਾਂ ਦੇ ਘਰ ਜਦੋਂ ਪ੍ਰਾਣੀ ਦਾਦਾ ਉਹਦਾ ਚੜਾਈ ਕੀਤਾ ਤੇ ਉਹ ਘਰੇ ਸਾਰਾ ਕੁਝ 10 ਦਿਨ ਚੱਲਿਆ, ਤਾਂ ਪੰਡਤ ਜੀ ਨੂੰ ਉਹੀ ਖੁਰਾਕਾਂ ਦੇਣ ਜਿਹੜੀਆਂ ਬਾਪੂ ਛਕਦਾ ਸੀ। ਹਰ ਰੋਜ਼ ਮਠਿਆਈ, ਹਰ ਰੋਜ਼ ਹਲਵਾ, ਹਰ ਰੋਜ਼ ਸੇਵੀਆਂ, ਕਦੇ ਕਾਸਟਡ, ਕਦੇ ਰਸ ਮਲਾਈ, ਕਦੇ ਕੁਛ। ਉਹ ਬੱਚੀ ਨੇ ਹੁਣ ਆਸਾ ਦੀ ਵਾਰ ਦਾ ਪਾਠ ਪੜਿਆ, ਸੁਣਿਆ ਤੇ ਵਿਚਾਰਿਆ ਹੋਇਆ ਸੀ। ਤੀਜੇ ਦਿਨ ਉਹ ਪੰਡਤ ਜੀ ਕੋਲ ਬੈਠ ਕੇ ਕਹਿਣ ਲੱਗੇ ਪੰਡਤ ਜੀ ਛਕੋ ਤੁਸੀਂ। ਤੇ ਬਾਪੂ ਵਾਲੀ ਦਵਾਈਆਂ ਦੀ ਕਿੱਟ ਵੀ ਉਹਨੇ ਕੋਲ ਰੱਖ ਲਈ, ਜਿਹੜੀਆਂ ਦਵਾਈਆਂ ਬਾਪੂ ਜੀ ਛਕਦੇ ਉਹ ਵੀ ਕੋਲ ਰੱਖ ਲਈ। ਪੰਡਤ ਜੀ ਵਿਚਾਰੇ ਛਕਦੇ ਰਹੇ, ਕਹਿਣ ਲੱਗੇ ਪੰਡਤ ਜੀ ਛਕ ਲਿਆ ਨਾ? ਕਹਿੰਦੇ ਹਾਂ। ਕਹਿੰਦੇ ਅਸਲ 'ਚ ਮੇਰਾ ਦਾਦਾ ਸ਼ੂਗਰ ਦੀ ਬਿਮਾਰੀ ਨਾਲ ਮਰਿਆ, ਜਦੋਂ ਮਿੱਠਾ ਵਾਲਾ ਖਾ ਲੈਂਦੇ ਉਹਨਾਂ ਨੂੰ ਇਨਸੂਲਿਨ ਦਾ ਟੀਕਾ ਲਾਉਣਾ ਪੈਂਦਾ ਸੀ। ਮੈਂ 3 ਦਿਨਾਂ ਤੋਂ ਵੇਖ ਰਹੀ ਹਾਂ ਤੁਸੀਂ ਮਿੱਠਾ ਬਹੁਤ ਖਾਦਾ ਤੇ ਹੁਣ ਟੀਕਾ ਵੀ ਲਵਾਉਣਾ ਪਏਗਾ, ਕਿਉਂਕਿ ਬਾਪੂ ਦੇ ਲੱਗਦਾ ਸੀ। ਤੀਜੇ ਦਿਨ ਤੋਂ ਬਾਅਦ ਪੰਡਤ ਜੀ ਨਹੀਂ ਆਏ ਵੀ ਇਹੋ ਜਿਹੇ ਕੰਮ ਅਸੀਂ ਨਹੀਂ ਕਰ ਸਕਦੇ। ਮਹਾਰਾਜ ਨੇ ਸਾਫ਼ ਕਰ ਦਿੱਤਾ, ਜੀਵਤ ਪਿਤਰ ਨਾ ਮਾਨੈ ਕੋਊ, ਮੂਹੇ ਸਰਾਧ ਕਰਾਹੀ, ਪਿਤਰ ਵੀ ਬੱਬਰੇ ਕਹੋ ਕਿਉਂ ਪਾਵੇ, ਕਹੂਆ ਕੁਕਰ ਖਾਈ। ਜਿਹੜਾ ਕੁਛ ਤੁਸੀਂ ਪਿਤਰਾਂ ਦੇ ਨਾਂ ਤੇ ਪਾ ਰਹੇ ਹੋ ਤਾਂ ਕਾਵਾਂ ਕੁੱਤਿਆਂ ਨੇ ਖਾ ਲੈਣਾ, ਪਿਤਰਾਂ ਕੋਲ ਕਿਤੇ ਨਾ, ਉਹ ਤਾਂ ਕਾਵਾਂ ਕੁੱਤਿਆਂ ਨੇ। ਮਹਾਰਾਜ ਕਹਿੰਦੇ ਜੇ ਜੀਵ ਸ਼ਰਾਧ ਕਰਨੇ ਆ ਜਿਉਂਦਿਆਂ ਦੇ ਕਰ, ਜਿਉਂਦਿਆਂ ਨੂੰ ਪਾਣੀ ਦੀ ਘੁੱਟ ਨਹੀਂ, ਜਿਉਂਦਿਆਂ ਨੂੰ ਕੱਪੜਾ ਨਵਾਂ ਨਹੀਂ, ਜਿਉਂਦਿਆਂ ਨੂੰ ਕੋਈ ਤੀਰਥ ਯਾਤਰਾ ਨਹੀਂ, ਜਿਉਂਦਿਆਂ ਨੂੰ ਕੋਈ ਸਮੇਂ ਨਾਲ ਦਵਾਈ ਬੂਟੀ ਨਹੀਂ, ਜਿਉਂਦਿਆਂ ਨੂੰ ਕੋਈ ਸੁੱਖ ਆਰਾਮ ਨਹੀਂ। ਮਰਨ ਤੋਂ ਬਾਅਦ ਡਰਾਈ ਫਰੂਟ ਦੇ ਲੰਗਰ ਬੜਾ ਕੁਝ ਚੱਲਦਾ ਹੈ। ਇਹੋ ਜਿਹੇ ਪਖੰਡ ਬਾਦਸ਼ਾਹ ਕਹਿੰਦੇ ਨਾ ਕਰ। ਕਹਿੰਦੇ ਜੇ ਚੋਰ ਦੇ ਘਰ ਕਿਸੇ ਦੀ ਡੈਥ ਹੋ ਜਾਏ ਤੇ ਉਹਨੇ ਸ਼ਰਾਧ ਕਰਨਾ ਵੇ ਤਾਂ ਕਿਵੇਂ ਕਰੇ? ਮਹਾਰਾਜ ਕਹਿੰਦੇ ਜੇ ਮੁਹਾਕਾ ਘਰ ਮੋਏ ਪਿਤਰੀ ਦੇ, ਮੁਹਾਕਾ ਚੋਰ ਨੂੰ ਕਹਿੰਦੇ ਆ। ਉਹ ਚੋਰ ਜਦੋਂ ਸ਼ਰਾਧ ਕਰੇ ਫਿਰ ਉਹਦੇ ਘਰ ਤਾਂ ਚੋਰੀ ਦਾ ਸਮਾਨ ਹੀ ਪਿਆ, ਤੇ ਜਦੋਂ ਚੋਰੀ ਦਾ ਸਮਾਨ ਪਿਤਰਾਂ ਨੂੰ ਪੰਡਤ ਜੀ ਨੂੰ ਦੇਗਾ ਵੀ ਪਿਤਰਾਂ ਨੂੰ ਬਚਾ ਦਿਓ, ਫਿਰ ਅੱਗੇ ਵਸਤ ਸੰਜਾਣੀ ਹੈ ਪਿਤਰੀ ਚੋਰ ਕਰੇ। ਜਿਹੜੇ ਵੱਡੇ ਬਜ਼ੁਰਗ ਬੈਠੇ ਆ ਉੱਥੇ, ਜਿਨ੍ਹਾਂ ਦੇ ਘਰ ਚੋਂ ਚੋਰੀ ਕਰਕੇ ਲਿਆ, ਕਦੇ ਉਹਨਾਂ ਨੇ ਪਛਾਣ ਲੈਣਾ ਵੀ ਇਹ ਸਮਾਨ ਤਾਂ ਸਾਡੇ ਘਰਾਂ ਚੋਂ ਚੋਰੀ ਕਰਕੇ ਤੂੰ ਆਪਣੇ ਵੱਡੇ ਦਾ ਸ਼ਰਾਧ ਕਰ ਰਿਹਾ। ਮਹਾਰਾਜ ਕਹਿੰਦੇ ਫਿਰ ਵੱਡੀਏ ਹੱਥ ਦਲਾਲ ਕੇ ਮੁਸਵੀ ਇਹ ਕਰੇ, ਉਸ ਦਲਾਲ ਦੇ ਹੱਥ ਵੱਡੇ ਜਾਣਗੇ ਜਿਹੜਾ ਚੋਰੀ ਦੀਆਂ ਵਸਤਾਂ ਸਮਗਲਿੰਗ ਕਰਕੇ ਪਿਤਰਾਂ ਨੂੰ ਭੇਜਦੇ। ਗੁਰੂ ਨਾਨਕ ਸਾਹਿਬ ਆਸਾ ਦੀ ਵਾਰ ਫਿਰ ਉਹ ਵੱਡੀਏ ਹੱਥ ਦਲਾਲ ਕੇ, ਜਿਹੜਾ ਭਾਈ ਇਹ ਦਲਾਲੀਆਂ ਕਰ ਰਿਹਾ ਹੈ। ਮਹਾਰਾਜ ਕਹਿੰਦੇ ਭਾਈ ਇਹੋ ਜਿਹਾ ਕੁਛ ਨਹੀਂ ਕਿਸੇ ਪਿਤਰਾਂ ਨੂੰ ਜਾਂਦਾ, ਜਿਹੜਾ ਇੱਕ ਵਾਰੀ ਚਲਿਆ ਗਿਆ, ਸਰੀਰ ਖਤਮ, ਆਤਮਾ ਅਗਲੇ ਦੌਰ ਵਿੱਚ ਉਹ ਪਰਮਾਤਮਾ ਦੇ ਸਾਹਮਣੇ ਸਨਮੁਖ ਪੇਸ਼, ਚੰਗੇ ਮਾੜੇ ਕਰਮਾਂ ਦਾ ਹਿਸਾਬ ਕਿਤਾਬ ਤੇ ਅਗਲਾ ਜਾਮਾ ਮਿਲ ਜਾਣਾ। ਨਾਨਕ ਅੱਗੇ ਸੋ ਮਿਲਿਆ ਜੇ ਖੱਟੇ ਕਾਲੇ ਦੇ, ਅੱਗੇ ਉਹੀ ਮਿਲਣਾ ਜਿਹੜਾ ਜਿਉਂਦੇ ਜੀ ਕਮਾ ਕੇ ਜਾਓਗੇ। ਚੰਗੇ ਕਰਮ ਜਿਹੜੇ ਕਰਕੇ ਜਾਓਗੇ, ਨਾਮ ਜਪਿਆ, ਸੇਵਾ ਸਿਮਰਨ ਬੰਦਗੀ ਕੀਤੀ, ਇਹ ਤੁਹਾਡੇ ਨਾਲ ਜਾਣਾ। ਤੁਹਾਡੇ ਮਰਨ ਤੋਂ ਬਾਅਦ ਜੋ ਮਰਜ਼ੀ ਕੋਈ ਕੁਛ ਕਰੀ ਜਾਵੇ ਉਹਦਾ ਕੋਈ ਭਾਰ ਨਹੀਂ, ਉਹਦਾ ਕੋਈ ਕਿਸੇ ਨੂੰ ਫਾਇਦਾ ਨਹੀਂ। ਉਹ ਜਿਹਨੂੰ ਦੇ ਰਹੇ ਹੋ ਉਹਨੂੰ ਫਾਇਦਾ ਹੋ ਸਕਦਾ, ਤੁਹਾਡੇ ਪਿਤਰਾਂ ਨੂੰ ਕੋਈ ਫਾਇਦਾ ਨਹੀਂ।
ਤੁਹਾਡੇ ਵੱਡਿਆਂ ਨੂੰ ਕੋਈ ਫਾਇਦਾ ਨਹੀਂ। ਪਰ ਅਫਸੋਸ ਦੀ ਗੱਲ, ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ, ਏਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਧਾਰਨੀ, ਇੱਕ ਅਕਾਲ ਪੁਰਖ ਦੇ ਧਾਰਨੀ, ਜਪਜੀ ਸਾਹਿਬ ਦੇ ਧਾਰਨੀ, ਪੰਜ ਬਾਣੀਆਂ ਦੇ ਨਿਤਨੇਮੀ, ਰਹਿਰਾਸ ਸਾਹਿਬ, ਸੋਹਿਲਾ ਸਾਹਿਬ, ਆਸਾ ਦੀ ਵਾਰ ਪੜ੍ਹਨ ਸੁਣਨ ਵਾਲੇ ਵੀ ਜਦੋਂ ਅਸੀਂ ਜੇ ਲੋਕਾਂ ਵਰਗੇ ਸ਼ਰਾਧ ਨਹੀਂ ਅਸੀਂ ਗ੍ਰੰਥੀ ਸਿੰਘਾਂ ਨਾਲ ਰਾਹੀਂ ਕਰ ਰਹੇ ਹਾਂ, ਕਰਦਾ ਰਹੇ ਹਾਂ ਨਾ, ਕਰਦਾ ਇਹਨਾਂ ਦਿਨਾਂ ਵਿੱਚ ਹੀ ਰਹੇ ਹਾਂ। ਚਲੋ ਅਸੀਂ ਤਰੀਕਾ ਬਦਲ ਲਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਸਾਰਾ ਸਾਲ 365 ਦਿਨ ਨੇ, ਜਿੰਨਾ ਮਰਜੀ ਕਿਸੇ ਨੂੰ ਦਾਨ ਪੁੰਨ ਕਰ, ਪ੍ਰਸ਼ਾਦੇ ਛਕਾ, ਕੋਈ ਇਤਰਾਜ਼ ਨਹੀਂ। ਪਰ ਜੇ ਤੂੰ ਕਵੇਂ ਮੈਂ ਇਹਨਾਂ ਦਿਨਾਂ 'ਚ ਛਕਾ ਕੇ ਪਿਤਰਾਂ ਤੱਕ ਪਹੁੰਚਾ ਦਿਆਂ, ਇਹ ਤੇਰਾ ਧਰਮ ਨਹੀਂ ਭਾਈ, ਇਹ ਭਰਮ ਹੈ। ਕੀਮਤੀ ਸਮਾਂ ਬਰਬਾਦ ਕਰ ਰਹੇ ਆ, ਕੀਮਤੀ ਗੁਣ ਆਪਣੇ ਬਰਬਾਦ ਕਰ ਰਹੇ ਆ, ਸਵਾਸਾਂ ਦੀ ਪੂੰਜੀ ਨੂੰ ਗਵਾ ਰਹੇ ਆ, ਇਹ ਤੇਰੇ ਕਿਸੇ ਵੀ ਅਰਥ ਨਹੀਂ ਜਾਏਗਾ। ਧੰਨ ਗੁਰੂ ਅਮਰਦਾਸ ਨੇ ਨਿਰਭਉ ਨੂੰ ਜਪ ਕੇ ਭੈ ਰਹਿਤ ਹੋ ਕੇ ਪਰਮਾਤਮਾ ਦੀ ਐਸੀ ਬੰਦਗੀ, ਐਸਾ ਸਿਮਰਨ ਅਕਾਲ ਪੁਰਖ ਵਾਹਿਗੁਰੂ ਦਾ ਕੀਤਾ। ਹਰ ਅਟਲ ਮਨ, ਅਟਲ ਅਕਾਲ ਪੁਰਖ ਵਾਹਿਗੁਰੂ ਨੂੰ ਮਨ ਵਿੱਚ ਵਸਾਇਆ। ਸ਼ਬਦ ਗੁਰ ਨੇਜਾ ਕੱਢਿਓ, ਸ਼ਬਦ ਦਾ ਨੇਜਾ ਲੈ ਕੇ ਫਿਰ ਉਹਨਾਂ ਨੇ ਕਿਹੜੇ ਦੁਸ਼ਮਣਾਂ ਤੇ ਫਤਿਹ ਜਾਪ ਹੋਏ, ਕਿਹੜੇ ਦੁਸ਼ਮਣਾਂ ਨੂੰ ਖਤਮ ਕੀਤਾ। ਭੱਟ ਸਾਹਿਬਾਨ ਦੱਸ ਰਹੇ ਨੇ, ਸਰਵਣ ਕਰੀਏ ਜੀ। ਕਾਮ ਕ੍ਰੋਧ ਲੋਭ ਮੋਹ ਪਤ ਪੰਜ ਦੂਤ ਵਿਖੰਡਿਆ। ਕਾਮ ਕ੍ਰੋਧ ਲੋਭ ਮੋਹ ਅਪਤ ਅਰਥ ਹੁੰਦਾ ਹੰਕਾਰ। ਇਹ ਪੰਜ ਵਿਕਾਰਾਂ ਨੂੰ ਸ਼ਬਦ ਦੇ ਨੇਜੇ ਨਾਲ ਗਿਆਨ ਦੇ ਘੋੜੇ ਤੇ ਚੜ ਕੇ ਸਮਾਧੀ ਦੀ ਸੰਜੋ ਪਹਿਨ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਪੰਜ ਵਿਕਾਰਾਂ ਤੇ ਫਤਿਹ ਜਾਬੀ ਹਾਸਲ ਕੀਤੀ, ਉਹਨਾਂ ਨੂੰ ਵਸ 'ਚ ਕੀਤਾ, ਆਪਣੇ ਅਧੀਨ ਕੀਤਾ। ਜਿਹੜੇ ਮਨ ਭਟਕਾ ਰਹੇ ਸਨ, ਪੰਜ ਦੂਤ ਵਿਖੰਡਿਓ, ਇਹਨਾਂ ਨੂੰ ਵਸ ਵਿੱਚ ਕਰਕੇ ਪਾਤਸ਼ਾਹ ਨੇ ਪੰਜ ਦੂਤ ਦਵਸ ਕੀਤੇ, ਕਾਲ ਮੰਡਪ ਮਾਰਿਆ। ਇਹ ਸ਼ਬਦ ਦੇ ਨੇਜੇ ਨਾਲ ਹੋਇਆ, ਪਰਮਾਤਮਾ ਦੀ ਸਿਮਰਨ ਦੀ ਸ਼ਕਤੀ ਨਾਲ ਇਹ ਜਿਹੜੀਆਂ ਦਾਤਾਂ ਪ੍ਰਾਪਤ ਤੇ ਪੰਜ ਵਿਕਾਰਾਂ ਤੋਂ ਜਿੱਤ ਹਾਸਲ ਕੀਤੀ ਹੈ। ਕੁਹਾਲ ਤੇ ਜੋਤਨਾ ਨਿਰਪਤ ਨਾਥ ਨਾਨਕ ਵਰ। ਬਾਬਾ ਤੇਜਭਾਨ ਭੱਲੇ ਦੀ ਕੁਲ ਵਿੱਚ ਪੈਦਾ ਹੋਏ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਨਿਰਪਤ ਨਾਥ, ਤੁਸੀਂ ਨਾਥਾਂ ਦੇ ਨਾਥ, ਰਾਜਿਆਂ ਦੇ ਰਾਜੇ ਧੰਨ ਗੁਰੂ ਨਾਨਕ ਸਾਹਿਬ ਦੇ ਵਰ ਨਾਲ ਬਣੇ ਹੋ। ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ, ਗੁਰੂ ਅੰਗਦ ਸਾਹਿਬ ਦੀ ਸੇਵਾ ਕਰਕੇ, ਉਹਨਾਂ ਦਾ ਉਪਦੇਸ਼ ਕਮਾ ਕੇ ਤੁਸੀਂ ਰਾਜਿਆਂ ਦੇ ਰਾਜੇ, ਨਾਥਾਂ ਦੇ ਨਾਥ। ਇਸ ਧਰਤੀ ਦੇ ਭੂਹਾਲ ਦਾ ਅਰਥ ਹੁੰਦਾ ਭੂ ਧਰਤੀ। ਇਸ ਧਰਤੀ ਦਾ ਮਾਲਕ, ਧਰਤੀ ਦਾ ਰਾਜਾ, ਬਾਦਸ਼ਾਹ ਜਿਹੜਾ, ਉਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਬਣੇ ਹੋ। ਗੁਰੂ ਅਮਰਦਾਸ ਸੱਚ ਥਲ ਭਾਣਾ ਤੈ ਦਲ ਜਿੱਤੋ ਇਵ ਜੁਧ ਕਰ। ਭੱਟ ਸੱਲ ਜੀ, ਭਣ ਦਾ ਅਰਥ ਹੁੰਦਾ ਕਹਿਣਾ। ਉਹ ਕਹਿ ਰਹੇ ਨੇ ਤੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਇਸ ਤਰੀਕੇ ਨਾਲ ਸ਼ਬਦ ਦੀ ਜਿਹੜਾ ਉਹ ਨੇਜਾ ਲਿਆ ਹੈ, ਧਰਮ ਦਾ ਤੀਰ ਕਮਾਨ ਤੁਹਾਡੇ ਹੱਥ ਵਿੱਚ ਹੈ, ਗਿਆਨ ਦੇ ਘੋੜੇ ਤੇ ਤੁਸੀਂ ਸਵਾਰ ਹੋ ਕੇ ਪਰਮਾਤਮਾ ਦੇ ਸਿਮਰਨ ਦੀ ਸਮਾਧੀ ਲਾ ਕੇ ਤੈ ਦਲ ਜਿੱਤਿਓ ਇਹ ਵਜੁਦ। ਇਸ ਤਰੀਕੇ ਨਾਲ ਤੁਸੀਂ ਯੁੱਧ ਕਰਕੇ ਅੰਦਰ ਆਤਮੇ ਵਸਦੇ ਪੰਜ ਵਿਕਾਰਾਂ ਨੂੰ ਹਰਾ ਕੇ ਉਹਨਾਂ ਤੋਂ ਇੱਕ ਜਿੱਤ ਹਾਸਲ ਕਰਕੇ ਤੁਸੀਂ ਮਹਾਬਲੀ ਰਾਜੇ, ਮਹਾਰਾਜੇ, ਯੋਧੇ ਬਣੇ ਹੋ। ਅੱਜ ਉਹਨਾਂ ਨੇ ਇੱਕ ਰਾਜੇ ਦੀ ਪਰਿਭਾਸ਼ਾ ਦੇ ਕੇ ਇੱਕ ਰਾਜੇ ਦਾ ਸਤਿਗੁਰੂ ਪਾਤਸ਼ਾਹ ਦੀ ਉਹ ਤਸਵੀਰ ਪੇਸ਼ ਕੀਤੀ ਹੈ ਕਿ ਅੰਦਰਲੇ ਇਹ ਦੁਸ਼ਮਣਾਂ ਨੂੰ ਖਤਮ ਕਰਨ ਵਾਲਾ ਵੀ ਕਿਸੇ ਰਾਜੇ ਤੋਂ ਘੱਟ ਨਹੀਂ ਹੁੰਦਾ। ਜਿਵੇਂ ਧੰਨ ਗੁਰੂ ਅਮਰਦਾਸ ਸਾਹਿਬ ਨੇ ਸ਼ਬਦ ਦੇ ਨਾਲ, ਸਿਮਰਨ ਨਾਲ, ਸੇਵਾ ਨਾਲ ਇਹ ਪੰਜ ਵਿਕਾਰਾਂ ਨੂੰ ਖਤਮ ਕੀਤਾ। ਅੱਜ ਵੀ ਭਾਈ ਉਹ ਬਾਣੀ, ਉਹ ਸ਼ਬਦ ਦਾ ਜਿਹੜਾ ਨੇਜਾ ਹੈ, ਪਰਮਾਤਮਾ ਦੇ ਸਿਮਰਨ ਦੀ ਸਮਾਧੀ ਰੂਪ ਸੰਜੋ ਜਿਹੜਾ ਵੀ ਪਹਿਨੇਗਾ, ਗਿਆਨ ਦੇ ਵਿਵੇਕ ਬੁੱਧੀ ਦੇ ਗਿਆਨ ਤੇ ਜਿਹੜਾ ਵੀ ਸਵਾਰ ਹੋਏਗਾ, ਤੇ ਅੱਜ ਵੀ ਇਹ ਪੰਜ ਵਿਕਾਰਾਂ ਤੋਂ ਜਿੱਤ ਹਾਸਲ ਹੋਏਗੀ। ਅੱਜ ਵੀ ਉਹ ਫਤਿਹਯਾਬ ਹੋ ਕੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਘਰ ਵਿੱਚ ਸਤਿਕਾਰਿਆ ਜਾਏਗਾ, ਪਰਵਾਨਿਆ ਜਾਏਗਾ, ਤੇ ਉਹਦਾ ਮਨੁੱਖਾ ਜੀਵਨ ਸਫਲ ਹੋਏਗਾ। ਸਤਿਗੁਰੂ ਕਿਰਪਾ ਕਰਨ, ਗੁਰੂ ਦਾ ਉਪਦੇਸ਼ ਹਿਰਦੇ 'ਚ ਵਸਾਇਓ, ਮੇਰੀਆਂ ਭੁੱਲਾਂ ਨਾ ਚਿਤਾਰਿਓ, तमाम भुलां चुकां दी खिमा देहो सज्जन असीसड़ियां जो होवे। साहिब सिओ मेल धन श्री गुरु ग्रंथ साहिब महाराज का धन्नवाद, सिंह शहीद बाबा जी का धन्नवाद जिहड़े विच वरत के अपने दर घर की सेवा लैंदे ने। आओ आखिरी पंक्तियां का पाठ सरवण करके समाप्ति करिए जी। लोक हाल तेजो तना निरपत नाथ नानक बर, गुर अमरदास सच सल भाणा तै दल जितो इव जुद्ध कर। वाहिगुरु जी का खालसा वाहिगुरु जी की फतेह। आनंद साहिब रामकली महला तीजा। आनंद एक ओंकार सतगुरु प्रसाद। आनंद पया मेरी माए सतगुरु मैं पाया। सहज सिद्धि मन बचिया वाधाइया। राग रतन परवार परियां शब्द गावण आईयां।